ਤੰਦੂਲਕਰ ਦੇ ਵਕੀਲ ਨੇ ਇਹ ਗੱਲ ਆਖੀ ਹੈ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ, ਅਸੀਂ ਸਾਰਾ ਕੁਝ ਨਿਯਮਾਂ ਦੇ ਵਿੱਚ ਰਹਿ ਕੇ ਕੀਤਾ ਹੋਇਆ। ਉਹਨਾਂ ਇਹ ਨਹੀਂ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਪ੍ਰਾਪਰਟੀ ਨਹੀਂ ਹੈ। ਇਮਰਾਨ ਖਾਨ ਜਿਨ੍ਹਾਂ ਨੇ ਇਹ ਵਾਅਦਾ ਹੀ ਕੀਤਾ ਹੋਇਆ ਸੀ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ ਮੁਲਕ ਦੇ ਵਿੱਚ, ਉਹਨਾਂ ਦੇ ਆਪਣੇ ਇੱਕ ਖਾਸ ਸਹਿਯੋਗੀ ਦਾ ਨਾਮ ਇਹਨਾਂ ਪੈਂਡੋਰਾ ਪੇਪਰਸ ਦੇ ਵਿੱਚ ਆ ਗਿਆ। ਇਨਸਾਨ ਦੇ ਜਜ਼ਬਾਤਾਂ ਨੂੰ ਜਦੋਂ ਛੇੜਿਆ ਜਾਵੇਗਾ, ਜਦੋਂ ਉਸਦੇ ਗਲ ਨੂੰ ਹੱਥ ਪਾਇਆ ਜਾਵੇਗਾ, ਫਿਰ ਇਨਸਾਨ ਭੜਕੇਗਾ, ਪ੍ਰਤੀਕਿਰਿਆ ਦੇਵੇਗਾ। ਤੇ ਜਦੋਂ ਇਨਸਾਨ ਦੇ ਉੱਪਰੋਂ ਗੱਡੀ ਲੰਘਾ ਦਿੱਤੀ ਜਾਵੇ ਤਾਂ ਫਿਰ ਕੀ ਕੀਤਾ ਜਾਵੇ? ਇਹ ਨਰਿੰਦਰ ਮੋਦੀ ਦਾ ਮੂੰਹ ਵੀ ਬੰਦ ਹੈ ਔਰ ਅਮਿਤ ਸ਼ਾਹ ਦਾ ਮੂੰਹ ਵੀ ਬੰਦ ਹੈ ਔਰ ਅਜੇ ਮਿਸ਼ਰਾ ਦੇ ਭਵਿੱਖ ਬਾਰੇ ਅਜੇ ਕੋਈ ਫੈਸਲਾ ਨਹੀਂ ਹੋ ਰਿਹਾ। ਇਹ ਚੁੱਪ ਬਹੁਤ ਮਾੜੀ। ਸਰਕਾਰ ਜੇ ਇੰਨੀ ਫਿਕਰਮੰਦ ਸੀ ਕਿ ਹਾਲਾਤ ਖਰਾਬ ਹੋ ਸਕਦੇ ਨੇ ਇਹਨਾਂ ਲੋਕਾਂ ਦੇ ਉੱਥੇ ਜਾਣ ਨਾਲ, ਤਾਂ ਫਿਰ ਜਦੋਂ ਅਜੇ ਮਿਸ਼ਰਾ ਨੇ ਗੱਲ ਕੀਤੀ ਸੀ ਉਦੋਂ ਕਾਰਵਾਈ ਹੋਣੀ ਚਾਹੀਦੀ। ਜ਼ਾਹਿਰਾ ਤੌਰ ਤੇ ਜਦੋਂ ਕਹਿੰਦੇ ਨੇ ਕਿ ਪਲੀਆ ਨਹੀਂ ਲਖੀਮਪੁਰ ਜ਼ਿਲ੍ਹਾ ਛੱਡਣਾ ਪੈਣਾ, ਇੰਨਾ ਵੱਡਾ ਜ਼ਿਲ੍ਹਾ ਹੈ, ਉਹ ਕਿਸੇ ਹੋਰ ਨੂੰ ਨਹੀਂ, ਸਿੱਖ ਭਾਈਚਾਰੇ ਨੂੰ ਕਹਿ ਰਹੇ। ਕਹਿੰਦੇ ਨੇ ਕਿ ਆਲਾ ਕਮਾਨ ਨੇ ਇੱਕ ਲਾਈਨ ਖਿੱਚ ਦਿੱਤੀ ਹੈ ਸਿੱਧੂ ਨੂੰ ਕਿ ਜਾਂ ਇਨ ਤੇ ਜਾਂ ਆਊਟ, ਵਿੱਚ ਵਿਚਾਲੇ ਕੋਈ ਗੱਲ ਨਹੀਂ। ਕੀ ਚਰਨਜੀਤ ਸਿੰਘ ਚੰਨੀ ਇੰਨੀ ਤਾਕਤ ਰੱਖਦੇ ਨੇ ਕਿ ਆਪਣੇ ਕੋਲੋਂ ਉਹ ਹਾਈ ਕਮਾਨ ਦੀ ਸਲਾਹ ਤੋਂ ਬਿਨਾਂ ਕੋਈ ਨਵਾਂ ਪ੍ਰਧਾਨ ਥਾਪ ਦੇਣ? ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸੀ ਕਿ ਜੇ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਦੇਖ ਲਿਆ, ਫਿਰ ਤੇ ਪ੍ਰਧਾਨ ਤਾਂ ਬਣ ਗਿਆ। ਫਿਰ ਉਹ ਜਦੋਂ ਸਰਕਾਰ ਆਪਣੀ ਹੋਵੇ ਨਾ, ਫਿਰ ਵੱਡੇ ਤੋਂ ਵੱਡੇ ਜਿਹੜੇ ਖਜ਼ਾਨੇ ਨੇ ਉਹ ਵੀ ਲੁਕੋ ਕੇ ਰੱਖ ਲਏ ਜਾਂਦੇ ਨੇ ਤੇ ਬਾਹਰ ਨਹੀਂ ਆਉਣ ਦਿੱਤੇ ਜਾਂਦੇ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਬਣਨ ਵਾਸਤੇ, ਕਮੇਟੀ ਦੀਆਂ ਚੋਣਾਂ ਵਿੱਚ ਖਲੋਣ ਵਾਸਤੇ ਉਮੀਦਵਾਰ ਦੇ ਜਿਹੜੀ ਯੋਗਤਾ ਹੁੰਦੀ ਹੈ, ਉਸ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਉਸ 'ਤੇ ਪਾਸ ਹੁੰਦੇ ਨਹੀਂ ਦੇਖੇਗਾ। ਚੰਗਾ ਹੁੰਦਾ ਮਨਜਿੰਦਰ ਸਿੰਘ ਸਿਰਸਾ ਜਾਂਦੇ ਨਰਿੰਦਰ ਮੋਦੀ ਜੀ ਨੂੰ ਮਿਲਣ ਤੇ ਘੱਟੋ ਘੱਟ ਇਹ ਕਹਿ ਹੁੰਦੇ ਕਿ ਮੈਂ ਦੇਖਿਆ ਕਿਸਾਨ ਅੰਦੋਲਨ ਨੂੰ ਨੇੜਿਓ, ਇਹ ਕੰਮ ਤੇ ਹੁਣ ਖਤਮ ਕਰੋ। ਤਾਲਿਬਾਨ ਵਾਲੇ ਹਟ ਨਹੀਂ ਰਹੇ, ਲੱਭ ਕੇ ਉਹਨਾਂ ਵਿਅਕਤੀਆਂ ਨੂੰ ਮਾਰ ਰਹੇ ਨੇ ਜਿਹੜੇ ਉਹਨਾਂ ਦੇ ਖਿਲਾਫ ਸਰਕਾਰ ਦੇ ਵਿੱਚ ਰਹੇ। ਨਵੇਂ ਮੁੱਦਿਆਂ ਦੇ ਨਾਲ ਵਿਚਾਰ ਚਰਚਾ ਪ੍ਰੋਗਰਾਮ 'ਚ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਇਸ ਵੇਲੇ ਯੂਪੀ ਦੀ ਘਟਨਾ ਤੇ ਸਭ ਦੀ ਨਜ਼ਰ ਹੈ, ਪਰ ਪ੍ਰਧਾਨ ਮੰਤਰੀ ਕਿਉਂ ਚੁੱਪ ਨੇ? ਸਚਿਨ ਤੰਦੂਲਕਰ ਦਾ ਨਾਮ ਇਸ ਵੇਲੇ ਚਰਚਾ 'ਚ ਕਿਉਂ ਹੈ? ਨਵਜੋਤ ਸਿੰਘ ਸਿੱਧੂ ਨੂੰ ਆਲਾ ਕਮਾਨ ਦਾ ਕੋਈ ਨਵਾਂ ਹੁਕਮ ਮਿਲਿਆ? ਇਹਦੇ ਨਾਲ ਕੁਝ ਹੋਰ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੀ ਰਾਏ ਜਾਣਾਂਗੇ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸ਼ੁਰੂਆਤ ਸਚਿਨ ਤੰਦੂਲਕਰ ਤੋਂ ਕਰਦੇ ਹਾਂ। ਬੈਟਿੰਗ ਕਰਦਿਆਂ ਦੇਖਿਆ ਹੈ, ਬੋਲਿੰਗ ਘੱਟ ਕੀਤੀ ਹੈ, ਖੇਡ ਛੱਡ ਚੁੱਕੇ ਨੇ, ਪਰ ਇਸ ਵੇਲੇ ਫਿਰ ਉਹਨਾਂ ਦਾ ਨਾਂ ਚਰਚਾ ਦੇ ਵਿੱਚ ਹੈ ਤੇ ਐਸੀ ਸ਼ਖਸੀਅਤ ਦੇ ਨਾਲ ਉਹਨਾਂ ਦਾ ਨਾਮ ਜੁੜ ਰਿਹਾ ਜਿਹਨੂੰ ਅੰਬਾਨੀ ਕਹਿੰਦੇ ਨੇ, ਤੇ ਇਹ ਦੋਵਾਂ ਦਾ ਜੋੜ ਮੇਲ ਕਿਉਂ ਚਰਚਾ ਵਿੱਚ ਹੈ? ਅਸਲ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਇੱਕ ਕਾਗਜ਼ ਲੀਕ ਹੋਏ ਨੇ ਜੀ, ਕਾਗਜ਼ ਜਾਰੀ ਹੋਏ ਨੇ, ਇਹ ਪੱਤਰਕਾਰਾਂ ਦੀ ਸੰਸਥਾ ਹੈ। ਉਹਨਾਂ ਨੇ ਕਈ ਖੋਜਾਰਥੀਆਂ ਦੇ ਨਾਲ ਮਿਲ ਕੇ, ਖੋਜੀਆਂ ਦੇ ਨਾਲ ਮਿਲ ਕੇ, ਜਿਸ ਵਿੱਚ 64 ਲੱਖ ਦਸਤਾਵੇਜ਼ ਜਿਹੜੇ ਨੇ ਉਹ ਛਾਣਬੀਣ ਉਹਨਾਂ ਦੀ ਕੀਤੀ ਗਈ ਹੈ ਜੀ। 30 ਲੱਖ ਫੋਟੋਆਂ ਦੀ ਛਾਣਬੀਣ ਹੋਈ ਹੈ, 10 ਲੱਖ ਤੋਂ ਵੱਧ ਈਮੇਲ ਹੈ ਤੇ 5 ਲੱਖ ਤੋਂ ਵੱਧ ਜਿਹੜੇ ਨੇ ਉਹ ਸਪਰੈਡਸ਼ੀਟਸ ਨੇ ਜੀ। 330 ਆਗੂ ਜਿਹੜੇ ਨੇ ਉਹ ਰਾਜਨੀਤਿਕ ਦੁਨੀਆ ਦੇ ਇਸ ਸੂਚੀ ਵਿੱਚ ਸ਼ਾਮਲ ਨੇ ਜੀ। ਕੁਝ ਹੋਰ ਲੋਕ ਵੀ ਸ਼ਾਮਲ ਨੇ। ਪਹਿਲਾਂ ਤਾਂ ਮੈਂ ਦੱਸ ਦਿਆਂ ਮੈਂ ਸੂਚੀ ਕਾਹਦੀ ਹੈ। ਜੀ। ਪੈਂਡੋਰਾ ਪੇਪਰਸ ਇਹਨਾਂ ਨੂੰ ਆਖਿਆ ਜਾ ਰਿਹਾ ਜੀ। ਪੈਂਡੋਰਾ ਪੇਪਰਸ ਇਹ ਕੋਈ ਕਿਸੇ ਇੱਕ ਖਾਸ ਜਗ੍ਹਾ ਤੋਂ ਨਿਕਲੀ ਚੀਜ਼ ਨਹੀਂ ਹੈ। ਇਸ ਵਿੱਚ 600 ਤੋਂ ਵੱਧ ਵਿਅਕਤੀਆਂ ਨੇ ਦਿਨ ਰਾਤ ਮਿਹਨਤ ਕਰਕੇ ਕਈ ਮਹੀਨਿਆਂ ਦਾ ਸਮਾਂ ਲਾ ਕੇ ਉਹਨਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਹੜੇ ਜਿਸ ਮੁਲਕ ਦੇ ਰਹਿਣ ਵਾਲੇ ਹੋਣ, ਜਿੱਥੇ ਦੇ ਨਾਗਰਿਕ ਹੋਣ, ਉੱਥੇ ਆਪਣੀ ਸਾਰੀ ਜਾਇਦਾਦ ਦਾ ਵੇਰਵਾ ਨਾ ਦੱਸ ਕੇ ਜੀ ਦੂਸਰੇ ਕਿਸੇ ਅਜਿਹੇ ਦੇਸ਼ ਦੇ ਵਿੱਚ ਆਪਣੀ ਜਾਇਦਾਦ ਰੱਖਣ ਜਿੱਥੇ ਟੈਕਸ ਘੱਟ ਹੋਵੇ, ਜਿੱਥੇ ਆਮਦਨ ਦੇ ਸਰੋਤ ਬਾਰੇ ਪੁੱਛਿਆ ਨਾ ਜਾਵੇ, ਜਿੱਥੇ ਮਾਲਕ ਦਾ ਨਾਮ ਛਪਾਉਣਾ ਸੌਖਾ ਹੋਵੇ, ਜੀ। ਦੱਸਣਾ ਨਾ ਪਵੇ ਕਿ ਇਸ ਪ੍ਰਾਪਰਟੀ ਦਾ ਮਾਲਕ ਕੌਣ ਹੈ, ਚਾਹੇ ਕੋਈ ਕਾਰਪੋਰੇਟ ਜਗ੍ਹਾ ਹੋਵੇ ਜੀ, ਜਾਂ ਕੋਈ ਘਰ ਹੀ ਖਰੀਦਿਆ ਹੋਵੇ, ਜੀ, ਕੋਈ ਵੱਡੀ ਬਿਲਡਿੰਗ ਖਰੀਦੀ ਹੋਵੇ, ਕੋਈ ਆਈਲੈਂਡ ਖਰੀਦਿਆ ਹੋਵੇ, ਕੋਈ 에ਅਰਪੋਰਟ ਹੋਵੇ, ਕੋਈ ਕੰਪਨੀ ਹੋਵੇ, ਜੀ। ਇਹਨਾਂ ਨੂੰ ਆਫਸ਼ੋਰ ਜਿਹੜਾ ਇਨਵੈਸਟਮੈਂਟ ਹੈ ਉਹ ਆਖਿਆ ਜਾਂਦਾ ਹੈ। ਜੀ। ਆਮ ਤੌਰ ਤੇ ਟੈਕਸ ਤੋਂ ਬਚਣ ਲਈ ਵਿਦੇਸ਼ਾਂ ਦੇ ਵਿੱਚ ਆਪਣੀ ਕਿਤੇ ਨਾ ਕਿਤੇ ਸੰਪਤੀ ਰੱਖਣੀ ਜੀ। ਤੇ ਉਸ ਤੋਂ ਫਿਰ ਇਨਕਮ ਲੈਣੀ,
ਤੇ ਉਸ ਦਾ ਕਿਸੇ ਨੂੰ ਪਤਾ ਨਾ ਲੱਗਣ ਦੇਣਾ, ਜੀ। ਇਹ ਪੰਡੋਰਾ ਪੇਪਰਸ ਉਹਨਾਂ ਵਿਅਕਤੀਆਂ ਦੀ ਸੂਚੀ ਹੈ। ਜੀ ਅੰਬਾਨੀ ਨਾਲ ਉਹਨਾਂ ਦਾ ਨਾਮ ਸਿਰਫ ਇਸ ਕਰਕੇ ਜੁੜਦਾ ਹੈ ਜੀ ਕਿ ਇੱਕ ਤਾਂ ਇਹ ਹੈ ਕਿ ਅੰਬਾਨੀ ਦਾ ਨਾਮ ਵੀ ਉਸ ਦੇ ਵਿੱਚ ਸ਼ਾਮਲ ਹੈ ਜੀ ਤੇ ਸਚਿਨ ਰਮੇਸ਼ ਤੰਦੂਲਕਰ ਦਾ ਨਾਮ ਵੀ ਉਸ ਵਿੱਚ ਸ਼ਾਮਲ ਹੈ। ਜੀ ਉਹਨਾਂ ਦੀ ਪਤਨੀ ਅੰਜਲੀ ਤੇ ਉਹਨਾਂ ਦੇ ਸਹੁਰਾ ਸਾਹਿਬ, ਉਹਨਾਂ ਦਾ ਵੀ ਨਾਮ ਇਸ ਸੂਚੀ ਦੇ ਵਿੱਚ ਆਉਂਦਾ ਹੈ ਜੀ ਕਿ ਉਹਨਾਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਇੱਕ ਸੰਪਤੀ ਰੱਖੀ ਹੋਈ ਹੈ, ਇੱਕ ਪ੍ਰਾਪਰਟੀ ਰੱਖੀ ਹੋਈ ਹੈ ਅਤੇ ਬ੍ਰਿਟਿਸ਼ ਵਰਜਨ ਆਈਲੈਂਡ ਦੇ ਵਿੱਚ ਉਹਨਾਂ ਕੋਲ ਇੱਕ ਵੱਡੀ ਪ੍ਰਾਪਰਟੀ ਜਿਹੜੀ ਆ ਉਸ ਦੇ ਮਾਲਕਾਨਾ ਹੱਕ ਨੇ ਤੇ ਬੋਰਡ ਆਫ ਡਾਇਰੈਕਟਰ ਵਿੱਚ ਉਹਨਾਂ ਦਾ ਨਾਮ ਹੈ। ਜੀ ਤੰਦੂਲਕਰ ਦੇ ਵਕੀਲ ਨੇ ਇਹ ਗੱਲ ਆਖੀ ਹੈ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ, ਅਸੀਂ ਸਾਰਾ ਕੁਝ ਨਿਯਮਾਂ ਦੇ ਵਿੱਚ ਰਹਿ ਕੇ ਕੀਤਾ ਹੋਇਆ ਹੈ। ਜੀ ਉਹਨਾਂ ਇਹ ਨਹੀਂ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਪ੍ਰਾਪਰਟੀ ਨਹੀਂ ਹੈ। ਜੀ ਇਸੇ ਤਰ੍ਹਾਂ ਅਨਿਲ ਅੰਬਾਨੀ ਦੇ ਵੀ ਵਕੀਲ ਨੇ ਇਹ ਗੱਲ ਆਖੀ ਹੈ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀ ਕਿਤੇ ਨਹੀਂ ਰੱਖੀ ਹੋਈ ਜਿਸ ਦਾ ਅਸੀਂ ਸਰਕਾਰ ਨੂੰ ਨਾ ਦੱਸਿਆ ਹੋਵੇ ਜੀ। ਤੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੋਵੇ। ਜੀ ਹੁਣ ਇਹ ਰੌਲਾ ਕਿੱਥੇ ਕਿੱਥੇ ਪੈਂਦਾ ਰਹਿੰਦਾ ਹੈ। ਜੀ ਇਹੋ ਜਿਹੇ ਦੇਸ਼ਾਂ ਦੀ ਸੂਚੀ ਜਿਹੜੀ ਆ ਉਹ ਵੀ ਲੰਬੀ ਹੈ। ਜੀ ਹੁਣ ਜਿਨ੍ਹਾਂ ਦੀ ਜਾਂਚ ਹੋਈ ਆ ਉਸ ਵਿੱਚ 90 ਦੇਸ਼ਾਂ ਦੇ ਆਗੂ ਨੇ। ਜੀ ਹੁਣ ਪਨਾਮਾ ਲੀਕਸ ਦੀ ਵੀ ਗੱਲ ਹੋਈ ਸੀ, ਜੀ ਪਨਾਮਾ ਕਾਗਜ਼ ਆਏ ਸੀ, ਉਸ ਵਿੱਚ ਨਾਮ ਆਏ ਸੀ ਪਰ ਕੋਈ ਬਹੁਤੀ ਗੱਲ ਨਿਕਲੀ ਨਹੀਂ। ਜੀ ਪਰ ਪਨਾਮਾ ਦਾ ਰੌਲਾ ਪਾਕਿਸਤਾਨ ਸਾਡੇ ਗੁਆਂਢੀ ਮੁਲਕ ਦੇ ਵਿੱਚ ਵੱਧ ਪਿਆ ਤੇ ਉੱਥੇ ਅਸਰ ਵੀ ਵੇਖਣ ਨੂੰ ਮਿਲਿਆ। ਜੀ ਨਵਾਜ਼ ਸ਼ਰੀਫ ਨੂੰ ਖਾਮਿਆਜ਼ਾ ਭੁਗਤਣਾ ਪਿਆ। ਜੀ ਇਮਰਾਨ ਖਾਨ ਜਿਨ੍ਹਾਂ ਨੇ ਇਹ ਵਾਅਦਾ ਹੀ ਕੀਤਾ ਹੋਇਆ ਸੀ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ ਮੁਲਕ ਦੇ ਵਿੱਚ, ਉਹਨਾਂ ਦੇ ਆਪਣੇ ਇੱਕ ਖਾਸ ਸਹਿਯੋਗੀ ਦਾ ਨਾਮ ਇਹਨਾਂ ਪੈਂਡੋਰਾ ਪੇਪਰਸ ਦੇ ਵਿੱਚ ਆ ਗਿਆ। ਜੀ ਉਹਨਾਂ ਨੇ ਕਹਿ ਦਿੱਤਾ ਕਿ ਜਾਂਚ ਹੋਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਕਿ ਇਸ ਵਿੱਚ ਦੋਸ਼ੀ ਹੋਵੇਗਾ। ਜੀ ਕਈ ਦੇਸ਼ਾਂ ਤੇ ਖੁਦ ਪ੍ਰਧਾਨ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਿਹੜੇ ਨੇ ਜਾਂ ਸਾਬਕਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਉਹ ਇਸ ਵਿੱਚ ਆ ਗਏ ਨੇ। ਜੀ ਹੱਲੇ ਕਿਸੇ ਤੇ ਕੋਈ ਕੇਸ ਦਰਜ ਹੋਣ ਦੀ ਗੱਲ ਨਹੀਂ ਹੈ, ਲੇਕਿਨ ਆਪੋ ਆਪਣੇ ਤੌਰ ਤਰੀਕੇ ਨਾਲ ਜਾਂਚ ਹਰ ਮੁਲਕ ਦੇ ਵਿੱਚ ਜਿੱਥੇ ਜਿੱਥੇ ਹੋਈ ਹੈ ਜੀ ਉਹ ਚਲਾ ਦਿੱਤੀ ਗਈ ਹੈ। ਜੀ ਭਾਰਤ ਦੇ ਵਿੱਚ ਵੀ ਸਰਕਾਰ ਨੇ ਕਹਿ ਦਿੱਤਾ ਕਿ ਇਸ ਦੀ ਪੂਰਨ ਜਾਂਚ ਹੋਵੇਗੀ ਤੇ ਜੇ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਸੰਪਤੀ ਕਿਤੇ ਪਾਈ ਜਾਂਦੀ ਹੈ ਜੀ ਤੇ ਉਸ ਨੂੰ ਆਪਣੀ ਵਰਲਡ ਇਨਕਮ ਦੇ ਵਿੱਚ ਗਿਣਿਆ ਕਿ ਨਹੀਂ ਗਿਣਿਆ, ਜੀ ਸਾਨੂੰ ਸਾਡੇ ਟੈਕਸ ਡਿਪਾਰਟਮੈਂਟ ਨੂੰ ਉਸ ਬਾਰੇ ਦੱਸਿਆ ਕਿ ਨਹੀਂ ਦੱਸਿਆ, ਜੀ ਇਹ ਸਾਰੀਆਂ ਗੱਲਾਂ ਦੀ ਅਸੀਂ ਛਾਣਬੀਣ ਕਰਾਂਗੇ। ਜੀ ਹੁਣ 1 ਕਰੋੜ 20 ਲੱਖ ਜਿਹੜੇ ਕਾਗਜ਼ ਨੇ ਉਹ ਲੀਕ ਹੋਏ ਨੇ ਟੋਟਲ, ਔਰ ਇਸ ਦੀ ਰਿਪੋਰਟ ਜਿਹੜੀ ਹੈ ਨਿਊਯਾਰਕ ਸਥਿਤ ਇੱਕ ਜੋ ਪੱਤਰਕਾਰਾਂ ਦੀ ਸੰਸਥਾ ਹੈ ਜੀ ਉਸ ਵੱਲੋਂ ਤਿਆਰ ਕੀਤੀ ਗਈ ਤਾਂ ਬਹੁਤ ਸਾਰੇ ਮੀਡੀਆ ਸੰਸਥਾਨਾਂ ਦੇ ਸਹਿਯੋਗ ਦੇ ਨਾਲ ਇਹ ਸਭ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਦੁਨੀਆ ਦੇ ਬਿਹਤਰੀਨ ਜਿਹੜੇ ਮੀਡੀਆ ਹਾਊਸਸ ਨੇ ਜੀ ਉਹਨਾਂ ਨੂੰ ਸ਼ਾਮਲ ਕਰਕੇ ਇਸ ਦੇ ਵਿੱਚ ਤੇ ਉਹਨਾਂ ਨੂੰ ਨਾਲ ਲੈ ਕੇ ਕਾਨਫੀਡੈਂਸ ਦੇ ਵਿੱਚ ਇਹ ਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਜੀ ਹੁਣ ਇਸ ਵਿੱਚ ਭਾਰਤੀ ਲੋਕ ਕਿੰਨੇ ਕੁ ਨੇ ਜੀ ਇਹ ਇਸ ਗੱਲ ਦਾ ਅਜੇ ਪਤਾ ਨਹੀਂ। ਅਜੇ ਸੂਚੀ ਵੱਧ ਰਹੀ ਹੈ, ਆ ਰਹੀ ਹੈ, ਦਿਨ ਬ ਦਿਨ ਇਸ ਦੇ ਕਾਗਜ਼ ਜਿਹੜੇ ਨੇ ਉਹ ਰਿਲੀਜ਼ ਹੋ ਰਹੇ ਨੇ। ਜੀ ਇੱਕ ਅੰਦਾਜ਼ੇ ਮੁਤਾਬਕ 300 ਭਾਰਤੀਆਂ ਦੇ ਨਾਮ ਜਿਹੜੇ ਨੇ ਇਸ ਵਿੱਚ ਆ ਚੁੱਕੇ ਨੇ। ਜੀ ਹੁਣ ਇਸ ਤਰ੍ਹਾਂ ਦੀਆਂ ਦੱਸਿਆ ਜਾਂਦਾ ਕਿ ਅਨਿਲ ਅੰਬਾਨੀ ਦੀਆਂ 18 ਪ੍ਰਾਪਰਟੀਆਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਰਨਾਂ ਮੁਲਕਾਂ 'ਤੇ ਹਨ, ਜੀ ਉਹਨਾਂ ਬਾਰੇ ਇਸ ਵਿੱਚ ਜਿਹੜੀ ਜਾਣਕਾਰੀ ਹੈ ਦੇਖਣ ਨੂੰ ਮਿਲੀ ਹੈ। ਜੀ ਹੁਣ ਉਹਨਾਂ ਦੀ ਜਾਂਚ ਹੋਵੇਗੀ, ਅਨਿਲ ਅੰਬਾਨੀ ਦੀ, ਜ਼ਾਹਿਰਾ ਤੌਰ ਤੇ ਤੰਦੂਲਕਰ ਦੀ ਵੀ ਹੋਵੇਗੀ। ਜੀ ਕਿ ਇਹ ਉਹਨਾਂ ਲੋਕਾਂ ਦੀ ਤੇ ਨਹੀਂ ਹੋਵੇਗੀ ਜ਼ਿਆਦਾ ਸਖਤ ਜਾਂਚ ਜੀ ਜਿਹੜੇ ਆਮ ਤੌਰ ਤੇ ਬਹੁਤੇ ਭਾਜਪਾ ਦੇ ਨਜ਼ਦੀਕੀ ਨਹੀਂ ਸਮਝੇ ਜਾਂਦੇ। ਜੀ ਅਨਿਲ ਅੰਬਾਨੀ ਨਾਲੋਂ ਮੁਕੇਸ਼ ਅੰਬਾਨੀ ਨਾਲ ਵੱਧ ਬਣਦੀ ਹੈ ਭਾਜਪਾ ਸਰਕਾਰ ਦੀ, ਜੀ ਪਰ ਇਹ ਪਿੱਛੇ ਜੇ ਇਹਨਾਂ ਦੋਨਾਂ ਦੇ ਸੰਬੰਧ ਵੀ ਸੁਖਾਲੇ ਹੋ ਚੁੱਕੇ ਨੇ। ਜੀ ਤੰਦੂਲਕਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਜੀ ਕਾਂਗਰਸ ਪਾਰਟੀ ਵੱਲੋਂ, ਤੇ ਉਹਨਾਂ ਨਾਲ ਕੋਈ ਇਹੋ ਜਿਹੀ ਵਿਗਾੜ ਵਾਲੀ ਗੱਲ ਤੇ ਨਹੀਂ ਹੈ, ਜੀ ਪਰ ਕੀ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਤੇ ਕੋਈ ਪ੍ਰੈਸ਼ਰ ਪਾਉਣ ਲਈ ਭਵਿੱਖ ਦੇ ਵਿੱਚ ਜੀ ਕੋਈ ਇਸ ਤਰ੍ਹਾਂ ਦਾ ਚਾਲ ਚੱਲੇਗੀ ਸਰਕਾਰ, ਜੀ ਇਸ ਬਾਰੇ ਵੀ ਕੁਝ ਨਹੀਂ ਪਤਾ। ਜੀ ਤੰਦੂਲਕਰ ਦੇ ਬਾਰੇ ਇਹ ਦੂਸਰਾ ਮੌਕਾ ਹੈ ਜਦੋਂ ਟੈਕਸ ਦੇ ਨਾਲ ਸੰਬੰਧਿਤ ਕਿਸੇ ਗੱਲ ਦਾ ਰੌਲਾ ਉਹਨਾਂ ਦਾ ਪਿਆ ਹੋਵੇ। ਜੀ ਇਸ ਤੋਂ ਪਹਿਲਾਂ ਵੀ ਕੁਝ ਉਹਨਾਂ ਦੀ ਆਮਦਨ ਸਰੋਤ ਤੇ ਕੁਝ ਆਮਦਨ ਦੇ ਬਾਰੇ ਟੈਕਸ ਦੇ ਜਿਹੜੇ ਰੌਲੇ ਨੇ ਉਹ ਪੈਂਦੇ ਰਹੇ ਨੇ ਥੋੜੇ ਬਹੁਤ। ਕਾਫੀ ਲੰਬਾ ਸਮਾਂ ਉਹਨਾਂ ਨੂੰ ਇੱਕ ਫਰਾਰੀ ਕਾਰ ਜਿਹੜੀ ਸੀ ਉਸ ਦਾ ਮੋਡਰਨਾ ਮਾਡਲ ਜਿਹੜਾ ਸੀ ਉਹ ਗਿਫਟ ਕੀਤਾ ਗਿਆ। ਜੀ ਗਿਫਟ ਕਿਸ ਨੇ ਕੀਤਾ? ਮਾਈਕਲ ਸ਼ੂਮਾਕਰ, ਦੁਨੀਆ ਦਾ ਸਭ ਤੋਂ ਅਮੀਰ ਖਿਡਾਰੀ ਸੀ ਉਸ ਮੌਕੇ ਤੇ, ਜੀ ਜਦੋਂ ਉਹ ਇੱਕ ਬਰਫੀਲੀਆਂ ਉਤਰਾਣਾ ਤੇ ਜਿਹੜਾ ਉਤਰਦਾ ਹੋਇਆ ਸਕੀਇੰਗ ਕਰਦਾ ਹੋਇਆ ਡਿੱਗ ਪਿਆ ਤੇ ਸੱਟ ਲੱਗ ਗਈ। ਜੀ ਅੱਜ ਆਪਣੇ ਘਰ ਬਿਸਤਰੇ ਤੇ ਪਿਆ, ਕੋਈ ਹਿੱਲ ਵੀ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ। ਜੀ ਸ਼ੂਮਾਕਰ ਜਿਹੜਾ ਸੀ ਕਾਰਾਂ ਦਾ ਡਰਾਈਵਰ ਸੀ, ਫਾਰਮੂਲਾ 1 ਦਾ ਵਰਲਡ ਚੈਂਪੀਅਨ ਬਹੁਤ ਵਾਰੀ ਰਿਹਾ ਜੀ ਤੇ ਸਭ ਤੋਂ ਵੱਧ ਕਮਾਈ ਖਿਡਾਰੀਆਂ ਦੀ ਸੂਚੀ ਵਿੱਚ ਦੁਨੀਆ ਵਿੱਚ ਜੇ ਕਿਸੇ ਨੂੰ ਹੁੰਦੀ ਸੀ ਜੀ ਤੇ ਮਾਈਕਲ ਸ਼ੂਮਾਕਰ ਨੂੰ ਸੀ, ਉਹ ਬਾਕੀ ਉਸ ਤੋਂ ਬਾਅਦ ਵਿੱਚ ਆਉਂਦੇ ਨੇ। ਜੀ ਤੰਦੂਲਕਰ ਨੂੰ ਇੱਕ ਕਾਰ ਗਿਫਟ ਹੁੰਦੀ ਹੈ ਫਰਾਰੀ ਕੰਪਨੀ ਵੱਲੋਂ, ਫਰਾਰੀ ਮੋਡਰਨਾ, ਤੇ ਉਹ ਜਦੋਂ ਆਉਂਦੇ ਨੇ ਤੇ ਉਸ ਵੇਲੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤੇ ਜੋ ਇੰਪੋਰਟ ਟੈਕਸ ਹੈ ਜੀ ਉਹ ਨਾ ਲਾਇਆ ਜਾਵੇ। ਜੀ ਜੋ ਇਸ ਨੂੰ ਲੈ ਕੇ ਆਂਦਾ ਇੱਥੇ ਉਹ ਕੋਈ ਇਸ ਤਰ੍ਹਾਂ ਦਾ ਐਕਸਪੋਰਟ ਦਾ ਜਿਹੜਾ ਕਰ ਵਿਭਾਗ ਹੈ ਜੀ ਉਹ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਤੇ ਮਾਫ ਕਰ ਦਿਓ।
ਜੀ ਤੇ ਇਹ ਵੀ ਆਖਿਆ ਗਿਆ ਸੀ ਕਿ ਇਹ ਗਿਫਟ ਕੋਈ ਨਹੀਂ ਹੈ, ਇਹ ਖਰੀਦੀ ਫਰਾਰੀ ਤੋਂ ਆਪ ਹੀ ਹੈ, ਜੀ ਪਰ ਸਿਰਫ ਗਿਫਟ ਦਾ ਕਹਿ ਕੇ ਵੀ ਸ਼ਾਇਦ ਇਸ ਤੇ ਟੈਕਸ ਨਾ ਪਵੇ ਜੀ ਤੇ ਸ਼ਾਇਦ ਇਸ ਤੋਂ ਇੱਕ ਬਚਣ ਦਾ ਰਸਤਾ ਜਿਹੜਾ ਅਪਣਾਇਆ ਗਿਆ। ਜੀ ਹੁਣ ਗੱਲ ਇਹ ਹੈ ਕਿ ਜੇ ਇਸ ਤਰ੍ਹਾਂ, ਇਹ ਤਾਂ ਖਬਰ ਦੇ ਦਿੱਤੀ ਅਸੀਂ, ਜੀ ਇਸ ਦਾ ਜੇ ਅਸੀਂ ਕੋਈ ਵਿਸ਼ਲੇਸ਼ਣ ਕਰਨਾ ਹੋਵੇ ਇਹੋ ਜਿਹੀਆਂ ਗੱਲਾਂ ਦਾ, ਜੀ ਤੇ ਦੁਨੀਆ ਭਰ ਦੇ ਵਿੱਚ ਕਰਪਟ ਜਿੰਨੇ ਕੁ ਸਾਡੇ ਪੋਲੀਟੀਸ਼ੀਅਨ ਨੇ ਜਾਂ ਹੋਰ ਲੋਕ ਨੇ ਜਾਂ ਅਫਸਰ ਨੇ ਜਾਂ ਕੰਪਨੀਆਂ ਨੇ, ਜਿੱਥੇ ਝੂਠ ਸੱਚ ਦਾ ਬੋਲਬਾਲਾ ਹੁੰਦਾ ਹੈ, ਝੂਠ ਦਾ ਬੋਲਬਾਲਾ ਵੱਡਾ ਹੁੰਦਾ ਹੈ, ਜੀ ਉੱਥੇ ਇਹੋ ਜਿਹੇ ਫਿਰ ਕਾਲੀ ਮਾਇਆ ਨੂੰ ਲੁਕਾਉਣਾ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਤੇ ਚਾਹੀਦੀ ਹੈ। ਜੀ ਦੁਨੀਆ ਦੇ ਕਈ ਤਾਨਾਸ਼ਾਹ ਸ਼ਾਸਕ ਜੋ ਇਸ ਦੁਨੀਆ ਵਿੱਚ ਨਹੀਂ, ਜਦੋਂ ਆਪਣੇ ਮੁਲਕਾਂ ਤੇ ਰਾਜ ਕਰਦੇ ਸਨ ਤੇ ਉਹਨਾਂ ਦੇ ਪਰਿਵਾਰ ਵੀ ਮਾਰਿਆ ਗਿਆ, ਉਹਨਾਂ ਦੇ ਲੜਕੇ ਵੀ ਮਾਰੇ ਗਏ। ਸਦਾਮ ਹੁਸੈਨ ਦੀ ਗੱਲ ਹੈ, ਹੋਰ ਵੀ ਕਈ ਮੁਲਕਾਂ ਵਿੱਚ ਇਹੋ ਜਿਹੇ ਸਨ। ਉਹਨਾਂ ਦੀਆਂ ਬੇਨਾਮੀਆਂ ਜਾਇਦਾਦਾਂ ਦੁਨੀਆ ਵਿੱਚ ਕਿੱਥੇ ਕਿੱਥੇ ਹਨ, ਇਸ ਗੱਲ ਦਾ ਕਿਸੇ ਨੂੰ ਕੋਈ ਅੰਦਾਜ਼ਾ ਹੈ? ਮੈਨੂੰ ਤਾਂ ਇਸ ਗੱਲ ਤੇ ਵੀ ਕੋਈ ਹੈਰਾਨਗੀ ਨਹੀਂ ਹੋਵੇਗੀ ਕਿ ਜੇ ਕਿਤੇ ਕੱਲ੍ਹ ਨੂੰ ਪੰਜਾਬ ਦਾ ਵੀ ਕੋਈ ਆਗੂ ਇਸ ਸੂਚੀ ਵਿੱਚ ਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਵੀ ਵਾਹਵਾ ਮਾਲ ਕਮਾਇਆ ਹੋਇਆ ਬਹੁਤ ਸਾਰਿਆਂ ਨੇ, ਜੀ ਤੇ ਇਹ ਕੋਈ ਸੂਚੀ ਨੇ ਤਾਂ ਕਿਸੇ ਨੂੰ ਮੁਆਫ ਨਹੀਂ ਕਰਨਾ। ਜੀ ਖੈਰ, ਇਹ ਖੋਜ ਕਿੰਨੀ ਕੁ ਵੱਡੀ ਲੋਕਾਂ ਤੇ ਕੀਤੀ ਗਈ ਹੈ ਜੀ ਜਾਂ ਸਿਰਫ ਕੋਈ ਇੱਕ ਸਰੋਤ ਲੱਭਿਆ ਗਿਆ? ਸਰੋਤ ਜਿਹੜੇ ਨੇ ਉਹ ਬਹੁਤ ਲੱਭੇ ਗਏ ਨੇ, ਜੀ ਮਿਹਨਤ ਹੋਈ ਹੈ ਰੱਜ ਕੇ ਇਸ ਸੂਚੀ ਤੇ। ਇਸ ਸੂਚੀ ਨੂੰ ਝੁਠਲਾ ਨਹੀਂ ਕੋਈ ਵੀ ਰਿਹਾ, ਜੀ ਪਰ ਇਸ ਸੂਚੀ ਦੇ ਵਿੱਚ ਜੋ ਦੱਸਿਆ ਗਿਆ ਹੈ ਕਿ ਉਹਨਾਂ ਵਿਅਕਤੀਆਂ ਨੇ ਪਹਿਲਾਂ ਕਦੇ ਆਪ ਆਪਣੀਆਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਦੱਸਿਆ ਸੀ। ਜੀ ਭਾਰਤ ਦੇ ਸੰਬੰਧ ਵਿੱਚ ਅਸੀਂ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਅਜਿਹਾ ਰਿਵਾਜ ਨਹੀਂ ਹੈ। ਇੱਥੇ ਕਈ ਅਜਿਹੇ ਅਫਸਰਾਂ ਦੀ ਜਾਂਚ ਪਿਛਲੇ ਦਿਨਾਂ ਵਿੱਚ ਹੋਈ ਹੈ। ਇੱਕ ਵੱਡੇ ਪੁਲਿਸ ਅਫਸਰ ਦੀ ਇੱਕ ਸੂਬੇ ਦੇ ਵਿੱਚ ਜਾਂਚ ਹੋਈ ਹੈ, ਜੀ ਉਸਨੇ ਸਰਕਾਰ ਨੂੰ ਜਾਣਕਾਰੀ ਦਿੱਤੇ ਬਿਨਾਂ ਪਿਛਲੇ 6 ਮਹੀਨਿਆਂ ਦੇ ਵਿੱਚ 50 ਤੋਂ ਵੱਧ ਗੇੜੇ ਜਿਹੜੇ ਵਿਦੇਸ਼ਾਂ ਦੇ ਮਾਰ ਲਏ। ਜੀ ਉੱਥੇ ਉਹਦੀਆਂ ਜਾਇਦਾਦਾਂ ਦੀ ਜਾਂਚ ਹੋ ਰਹੀ ਹੈ। ਜੀ ਅਕਸਰ ਅਸੀਂ ਸੁਣਦੇ ਹਾਂ ਸਾਡੇ ਰਾਜਨੀਤਿਕ ਆਗੂਆਂ ਦੀਆਂ ਕਿ ਇਹਨਾਂ ਦੀ ਫਲਾں ਮੁਲਕ ਦੇ ਵਿੱਚ ਜਾਇਦਾਦ ਹੈ, ਜੀ ਫਲਾਂ ਗੈਸ ਸਟੇਸ਼ਨ ਖਰੀਦੇ ਹੋਏ ਨੇ, ਅਪਾਰਟਮੈਂਟ ਬਿਲਡਿੰਗ ਹੈ, ਕੋਈ ਕਾਰਪੋਰੇਟ ਬਿਲਡਿੰਗ ਹੈ, ਜੀ ਕੋਈ ਕਿਸੇ ਨੇ ਸਕਾਈ ਸਕ੍ਰਿਪਰ ਖਰੀਦੀ ਹੋਈ ਹੈ। ਜੀ ਇਹ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੀ ਇਸ ਮੁਲਕ ਦੇ ਵਿੱਚ ਇਹ ਗਰੀਬ ਮੁਲਕ ਹੈ, ਇੱਥੇ ਜ਼ਰੂਰਤਾਂ ਬਹੁਤ ਜ਼ਿਆਦਾ ਨੇ। ਜੀ ਤੰਦੂਲਕਰ ਹੋਵੇ ਜਾਂ ਕੋਈ ਹੋਰ, ਜੀ ਜੇ ਉਹਨਾਂ ਨੇ ਕੁਝ ਗਲਤ ਕੀਤਾ ਹੈ ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਹਾਲ ਦੀ ਘੜੀ ਇਹ ਮੈਂ ਆਪਣੇ ਤੌਰ ਤੇ ਦੱਸਣਾ ਚਾਹੁੰਦਾ ਕਿ ਸੂਚੀ ਆਈ ਹੈ ਜੀ ਕਿ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਕੋਈ ਜਾਇਦਾਦਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ। ਜੀ ਹੁਣ ਇਹ ਬੇਨਾਮੀਆਂ ਜਾਇਦਾਦਾਂ ਤਕਰੀਬਨ ਇੱਕ ਕਿਸਮ ਦੀਆਂ ਹੁੰਦੀਆਂ ਨੇ। ਕਈ ਵਾਰੀ ਜਦੋਂ ਇਹ ਕੀਤਾ ਜਾਂਦਾ ਉੱਥੇ ਕੋਸ਼ਿਸ਼ ਇਹੋ ਜਿਹੇ ਤਿੰਨ ਕਿਸਮ ਦੇ ਦੇਸ਼ ਜਿਹੜੇ ਤਿੰਨ ਖੂਬੀਆਂ ਹੋਣ ਉਹ ਲੱਭੇ ਜਾਂਦੇ ਨੇ, ਜੀ ਜਿੱਥੇ ਟੈਕਸ ਘੱਟ ਤੋਂ ਘੱਟ ਹੋਵੇ, ਜੀ ਮਾਲਕ ਦਾ ਨਾਮ ਛਪਾਉਣਾ ਮੁਸ਼ਕਲ ਹੋਵੇ, ਜੀ ਤੇ ਜਿੱਥੇ ਕੋਈ ਬਹੁਤੀ ਪੁੱਛਗਿੱਛ ਨਾ ਹੋਵੇ, ਜੀ ਤੇ ਆਪਣੇ ਦੇਸ਼ ਨੂੰ ਉਹ ਜਾਣਕਾਰੀ ਦੇਣ ਲੱਗੇ ਬਹੁਤਾ ਕੋਈ ਦੇਣ ਨਾ ਦੂਸਰੇ ਮੁਲਕ ਨੂੰ ਕਿ ਸਾਡੇ ਇੱਥੇ ਕਿਸੇ ਵਿਅਕਤੀ ਦਾ ਕੁਝ ਹੈ ਜੀ ਜਾਂ ਨਹੀਂ ਹੈ। ਪਰ ਸਰਕਾਰਾਂ ਕੋਲ ਇੰਨੀ ਤਾਕਤ ਹੁੰਦੀ ਹੈ ਕਿ ਜੇ ਕੁਝ ਉਹਨਾਂ ਲੈਣਾ ਹੋਵੇ ਤੇ ਉਹ ਲੈ ਸਕਦੇ ਨੇ। ਜੀ ਕੁਲਦੀਪ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਹੀਰ ਸਾਹਿਬ, ਪਹਿਲੇ ਹਿੱਸੇ ਤੁਸੀਂ ਗੱਲ ਕਰ ਰਹੇ ਸੀ ਜਾਂਚ ਦੀ। ਭਾਰਤ ਸਰਕਾਰ ਜਾਂਚ ਕਰੇਗੀ ਕਿ ਨਹੀਂ ਕਰੇਗੀ, ਇਹ ਤਾਂ ਚਰਚਾ ਦਾ ਵਿਸ਼ਾ ਆਉਣ ਵਾਲੇ ਸਮੇਂ 'ਚ ਦਾ ਰਾਜ਼ ਖੁੱਲ੍ਹੇਗਾ। ਪਰ ਜਾਂਚਾਂ ਤਾਂ ਕਈ ਐਲਾਨ ਕਰਦੀ ਹੈ। ਸਵਿਸ ਬੈਂਕ ਦਾ ਚਰਚਾ ਸੀ, ਜਿਹਦੇ ਕਹਿੰਦੇ ਸੀ ਜਿੰਨਿਆਂ ਦੇ ਵੀ ਖਾਤੇ ਉਹਨਾਂ ਸਾਰਿਆਂ ਨੂੰ ਸਾਹਮਣੇ ਲਿਆਵਾਂਗੇ, ਬੇਨਕਾਬ ਕਰਾਂਗੇ। ਕਿੰਨੇ ਸਾਲ ਲੰਘ ਗਏ, ਮੋਦੀ ਸਰਕਾਰ ਨੂੰ ਬਣਿਆ, ਹਾਲੇ ਤੱਕ ਕੁਝ ਖੁੱਲਿਆ ਨਹੀਂ ਰਾਜ਼। ਬੇਨਕਾਬ ਤੇ ਹੋ ਰਹੇ ਨੇ ਜੀ ਸਵਿਸ ਸਰਕਾਰ ਨਾਲ ਕੁਝ ਗੱਲਾਂ ਬਾਤਾਂ ਤੇ ਹੋਈਆਂ ਨੇ। ਜੀ ਸੂਚੀ ਆ ਜਾਂਦੀ ਹੈ, ਜੀ ਨਾਮ ਆ ਜਾਂਦੇ ਨੇ, ਥੋੜੇ ਦਿਨ ਰੌਲਾ ਪੈਂਦਾ ਹੈ ਤੇ ਫਿਰ ਕੰਮ ਆਈ ਚਲਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਜੀ ਪਰ ਇੱਥੇ ਕੋਈ ਸੋਲਿਡ ਸਟੈਪ ਲਿਆ ਜਾਵੇ, ਇਹ ਜ਼ਰੂਰੀ ਹੈ। ਜੇ ਇੱਥੇ ਕੋਈ ਤਰੀਕੇ ਨਾਲ ਕਦਮ ਚੁੱਕਿਆ ਜਾਂਦਾ, ਜੇ ਸਰਕਾਰ ਮੂੰਹ ਪੁੰਝਣ ਦਾ ਯਤਨ ਹੀ ਕਰਦੀ ਹੈ ਇੱਥੇ ਵੀ, ਤੇ ਸੂਚੀਆਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ। ਕੱਲ੍ਹ ਨੂੰ ਕੋਈ ਹੋਰ ਸਕੈਂਡਲ ਨਿਕਲ ਆਵੇਗਾ, ਜਾਂਚ ਲੰਬੀ ਦੇ ਵਿੱਚੋਂ ਕੁਝ ਨਿਕਲਣਾ ਨਹੀਂ। ਸਰਕਾਰ ਦੀ ਨੀਅਤ ਇਸ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਜੀ ਤੇ ਕੁਲਦੀਪ ਜੀ, ਹੁਣ ਗੱਲ ਉਸ ਮੁੱਦੇ ਦੀ ਜਿਹਨੇ ਐਤਵਾਰ ਤੋਂ ਲੈ ਕੇ ਅੱਜ ਤੱਕ ਦੇਸ਼ ਭਰ ਦੇ ਲੋਕਾਂ ਦੇ ਵਿੱਚ ਜੋਸ਼, ਰੋਹ, ਗੁੱਸਾ ਪੈਦਾ ਕੀਤਾ ਸਰਕਾਰ ਦੇ ਵਿਰੁੱਧ। ਲਖੀਮਪੁਰ ਖੀਰੀ ਦੀ ਘਟਨਾ ਹੈ, ਜਿਹਦੇ 'ਚ ਜਾਂਦੇ ਲੋਕਾਂ ਨੂੰ ਦਰੜਿਆ ਗਿਆ। ਉਸ ਤੋਂ ਬਾਅਦ ਸਾਰੀ ਦੁਨੀਆ ਦੇ ਲੋਕ ਬੋਲ ਰਹੇ ਨੇ, ਦੇਸ਼ ਦਾ ਹਰ ਛੋਟਾ ਨਾਗਰਿਕ ਬੋਲ ਰਿਹਾ। ਪ੍ਰਧਾਨ ਮੰਤਰੀ ਇਸ ਵੇਲੇ ਚੁੱਪ ਕਿਉਂ ਨੇ? ਪ੍ਰਧਾਨ ਮੰਤਰੀ ਦੀ ਚੁੱਪ ਵਾਕਈ ਜਿਵੇਂ ਕਹਿੰਦੇ ਨੇ ਕਿ ਮੜੀਆਂ ਵਿੱਚ ਜਿਵੇਂ ਸੁੰਨ ਪਸਰੀ ਹੁੰਦੀ ਹੈ, ਇਸ ਤਰ੍ਹਾਂ ਜੀ 70 ਵਿਸ਼ੇ ਹੋਏ ਨੇ ਯੂਪੀ ਦੇ ਵਿੱਚ। 600 ਕਿਸਾਨਾਂ ਦੀ ਪਹਿਲਾਂ ਮੌਤ ਹੋ ਚੁੱਕੀ, 600 ਤੋਂ ਵੱਧ ਹੋ ਚੁੱਕੀ ਹੈ। ਅੱਜ ਵੀ ਇੱਕ ਕਿਸਾਨ ਨੇ ਆਤਮ ਹੱਤਿਆ ਕਰ ਲਈ ਆ। ਉੱਥੇ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋ ਕਿ ਯੂਪੀ ਵਿੱਚ ਸਾਡੇ ਭਰਾਵਾਂ ਨਾਲ ਕੀ ਵਾਪਰਿਆ। ਜੀ ਪ੍ਰਧਾਨ ਮੰਤਰੀ ਮੋਦੀ ਉਹ ਜਦੋਂ ਕਿਸੇ
ਸਿੱਖ ਗੁਰੂ ਦਾ ਗੁਰਪੁਰਬ ਹੁੰਦਾ ਹੈ ਤੇ ਚੁੱਪ ਚਪੀਤੇ ਜਿਹੜੇ ਨੇ ਉਹ ਕਦੀ ਰਕਾਬਗੰਜ ਸਾਹਿਬ, ਕਦੀ ਕਿਸੇ ਹੋਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚ ਜਾਂਦੇ ਨੇ, ਕਦੀ ਸੀਸਗੰਜ ਸਾਹਿਬ ਜਾਂਦੇ ਨੇ ਜੀ। ਖੈਰ, ਇੱਕ ਦੁਨੀਆ ਨੂੰ ਜਿਵੇਂ ਇੱਕ ਦਿਖਾਉਣ ਮਾਤਰ ਮੈਨੂੰ ਜਾਪਦਾ ਹੈ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਜੀ। ਹੁਣ ਪ੍ਰਧਾਨ ਮੰਤਰੀ ਮੋਦੀ ਇਸ ਮਾਮਲੇ ਤੇ ਕਿਉਂ ਚੁੱਪ ਨੇ? ਕੁਝ ਮਾਮਲਿਆਂ ਤੇ ਉਹ ਵਾਕਿਆ ਚੁੱਪ ਹੋ ਜਾਂਦੇ ਨੇ। ਇਹ ਜਿਹੜੀ ਚੁੱਪ ਹੈ ਇਹ ਬਹੁਤ ਕੁਝ ਬਿਆਨ ਕਰਦੀ ਹੈ। ਇਹ ਚੁੱਪ ਨਹੀਂ ਹੈ, ਮੈਂ ਇਸ ਨੂੰ ਚੁੱਪ ਨਹੀਂ ਆਖਾਂਗਾ ਜੀ। ਇਸ ਨਾਲ ਤੁਹਾਡੀ ਨੀਅਤ ਤੇ ਤੁਹਾਡੀ ਸੋਚਣੀ ਦਾ ਪਤਾ ਲੱਗ ਜਾਂਦਾ ਹੈ। ਯੂਪੀ ਦੇ ਵਿੱਚ ਕੀ ਹੋਇਆ? ਤੁਸੀਂ ਕਿਹਾ ਕਿ ਭਾਰਤ ਦਾ ਹਰ ਨਾਗਰਿਕ ਦੁਖੀ ਹੈ ਜੀ, ਪਰ ਮੋਦੀ ਸਾਹਿਬ ਇਸ ਤਰ੍ਹਾਂ ਨਹੀਂ ਸਮਝਦੇ। ਜੀ। ਉਹ ਕਹਿੰਦੇ ਨੇ ਕਿ ਨਹੀਂ, ਇਹ ਥੋੜ੍ਹੇ ਕੁ ਲੋਕ ਨੇ, ਉਪਦਰਵੀ ਜਿਹੜਾ ਇੱਕ ਲਫ਼ਜ਼ ਵਰਤਦੇ ਨੇ ਹਿੰਦੀ ਦਾ, ਜੀ, ਇਹ ਤੇ ਭਟਕੇ ਹੋਏ ਲੋਕ ਨੇ, ਭੜਕਾਏ ਗਏ ਨੇ, ਜੀ, ਰਾਜਨੀਤਿਕ ਲੋਕ ਨੇ। ਇਸ ਤਰ੍ਹਾਂ ਦੇ ਲਫ਼ਜ਼ ਸਾਨੂੰ ਸੁਣਨ ਨੂੰ ਮਿਲੇ ਨੇ ਪਿਛਲੇ 1.5 ਸਾਲ ਤੋਂ ਜੀ। ਕਿਸਾਨਾਂ ਦੇ ਬਾਰੇ। ਕਿਸਾਨ ਇਨਸਾਨ ਨੇ, ਇਨਸਾਨ ਦੇ ਜਜ਼ਬਾਤਾਂ ਨੂੰ ਜਦੋਂ ਛੇੜਿਆ ਜਾਵੇਗਾ, ਜਦੋਂ ਉਸਦੇ ਗਲ ਨੂੰ ਹੱਥ ਪਾਇਆ ਜਾਵੇਗਾ, ਫਿਰ ਇਨਸਾਨ ਭੜਕੇਗਾ, ਪ੍ਰਤੀਕਿਰਿਆ ਦੇਵੇਗਾ। ਜੀ। ਤੇ ਜਦੋਂ ਇਨਸਾਨ ਦੇ ਉੱਪਰੋਂ ਗੱਡੀ ਲੰਘਾ ਦਿੱਤੀ ਜਾਵੇ ਤਾਂ ਫਿਰ ਕੀ ਕੀਤਾ ਜਾਵੇਗਾ? ਜੀ। ਇਹ ਫਿਰ ਹੱਦ ਹੈ। ਸਾਫ਼ ਦਿਸ ਰਿਹਾ ਸਭ ਕੁਝ ਹੋਇਆ। ਪ੍ਰਧਾਨ ਮੰਤਰੀ ਸਾਹਿਬ ਕੋਲੋਂ ਕੋਈ ਗੱਲ ਛੁਪੀ ਹੋਈ ਨਹੀਂ ਹੈ। ਜੀ। ਜਿੰਨਾ ਭਾਰਤ ਦਾ ਖੁਫੀਆ ਤੰਤਰ ਹੈ, ਪੁਲਿਸ ਤੰਤਰ ਹੈ, ਨਿਆਂਪਾਲਿਕਾ ਹੈ, ਕਾਰਜਪਾਲਿਕਾ ਹੈ, ਸਾਰਿਆਂ ਕੋਲ ਸਪਸ਼ਟ ਗੱਲਾਂ ਨੇ। ਉਹਨਾਂ ਨੇ ਇੱਕ ਪਲ ਦੀ ਰਿਪੋਰਟ ਜਿਹੜੀ ਹੈ ਦਿੱਤੀ ਹੋਵੇਗੀ ਤੇ ਗਈ ਹੈ। ਜੀ। ਅੱਖਾਂ ਨਾਲ ਵੇਖਿਆ ਹੋਵੇਗਾ, ਉਹਨਾਂ ਨੇ ਵੀਡੀਓ ਤੇ ਦੇਖੀ ਹੋਵੇਗੀ ਜੀ। ਕਿ ਕੀ ਹੋ ਰਿਹਾ। ਉਸ ਤੋਂ ਬਾਅਦ ਵੀ ਚੁੱਪ ਰਹਿਣਾ ਵਾਜਬ ਹੈ? ਬਿਲਕੁਲ ਵੀ ਵਾਜਬ ਨਹੀਂ ਉਹਨਾਂ ਦਾ ਚੁੱਪ ਰਹਿਣਾ। ਜੀ। ਪ੍ਰਧਾਨ ਮੰਤਰੀ ਸਾਹਿਬ ਦੀ ਇਹ ਚੁੱਪ ਜਿਹੜੀ ਹੈ ਬਹੁਤ ਗੱਲਾਂ ਵੱਲ ਇਸ਼ਾਰਾ ਕਰਦੀ ਹੈ ਕਿ ਮੈਂ ਇਸ ਗੱਲ ਨੂੰ ਐਵੇਂ ਹੀ ਸਮਝਦਾ। ਜੀ। ਥੋੜ੍ਹੇ ਕੁ ਲੋਕ ਹੋਣਗੇ, ਇਹ ਗੱਲ ਦਬ ਜਾਣੀ ਹੈ, ਅੱਜ ਹੈ ਕੱਲ੍ਹ ਹੈ, ਰੌਲਾ ਪਏਗਾ, ਬਹੁਤਾ ਇਸ 'ਤੇ ਕੋਈ ਬੋਲਣ ਦੀ ਲੋੜ ਨਹੀਂ। ਜਦੋਂ ਕਿਤੇ ਗੱਲ ਕਰਨੀ ਹੋਊਗੀ ਫਿਰ ਮੌਕਾ ਜਿਹਾ ਦੇਖ ਕੇ ਗੋਲ ਮੋਲ ਜਿਹਾ ਸ਼ੋਸ਼ਾ ਜਿਹੜਾ ਹੈ ਉਹ ਛੱਡ ਦੇਵਾਂਗੇ ਮਾਰਕੀਟ ਦੇ ਵਿੱਚ। ਜੀ। ਕਿਸੇ ਨੂੰ ਚੰਗਾ ਲੱਗੇਗਾ ਸੁਣ ਲਏਗਾ। ਜਿਹੜੇ ਮੇਰੇ ਗੱਲਾਂ 'ਤੇ ਯਕੀਨ ਕਰਦੇ ਨੇ, ਜਿਹਨਾਂ ਨੂੰ ਭਗਤ ਆਖਿਆ ਜਾਂਦਾ ਹੈ, ਜੀ। ਤੇ ਉਹ ਭਗਤ ਜਦੋਂ ਯਕੀਨ ਕਰਦੇ ਨੇ ਮੇਰੀਆਂ ਗੱਲਾਂ 'ਤੇ, ਤਾਂ ਮੈਨੂੰ ਕੁਝ ਕਹਿਣ ਦੀ ਲੋੜ ਕਿਉਂ ਹੈ? ਜੀ। ਹੁਣ ਮੋਦੀ ਸਾਹਿਬ ਇਸ ਗੱਲ ਨੂੰ ਲੈ ਕੇ ਬੈਠੇ ਹੋਏ ਨੇ, ਨਾ ਗ੍ਰਹਿ ਮੰਤਰੀ ਤੇ ਨਾ ਨਰਿੰਦਰ ਮੋਦੀ। ਜੀ। ਇੱਕ ਪਾਸੇ ਤੇ ਅਜੇ ਮਿਸ਼ਰਾ ਨੂੰ ਬੁਲਾ ਕੇ ਉੱਥੇ ਗੱਲਬਾਤ ਕੀਤੀ ਜਾ ਰਹੀ ਹੈ ਗ੍ਰਹਿ ਮੰਤਰੀ ਵੱਲੋਂ। ਜੀ। ਇੰਨਾ ਵੱਡਾ ਇਸ਼ੂ ਹੈ ਕਿ ਗ੍ਰਹਿ ਮੰਤਰੀ ਨੇ ਜੋ ਗ੍ਰਹਿ ਰਾਜ ਮੰਤਰੀ ਨੂੰ ਬੁਲਾਇਆ ਹੋਇਆ ਤੇ ਉਹ ਬੈਠੇ ਸੁਣ ਰਹੇ ਨੇ, ਇਕੱਠੇ ਹੋ ਕੇ ਬੈਠੇ ਨੇ। ਜੀ। ਤੇ ਅਜੇ ਮਿਸ਼ਰਾ ਜਿਹੜੇ ਬਿਆਨ ਵੀ ਦੇ ਰਹੇ ਨੇ, ਉਹ ਬਿਆਨਾਂ ਤੋਂ ਅੰਦਾਜ਼ਾ ਲੱਗਦਾ ਉਹਨਾਂ ਦੇ ਚਿਹਰੇ ਵੱਲ ਦੇਖ ਕੇ ਕਿ ਪਰੇਸ਼ਾਨੀ ਤਾਂ ਹੈ, ਉਹਨਾਂ ਨੂੰ ਪਤਾ ਲੱਗ ਰਿਹਾ ਜੀ। ਕਿ ਮੇਰੀ ਕੁਰਸੀ ਜਾ ਸਕਦੀ ਹੈ। ਇੱਕ ਇਸ਼ਾਰਾ ਹੀ ਹੋਣਾ ਹੈ ਮਾਲਕ ਦਾ। ਜੀ। ਤੇ ਅਜੇ ਮਿਸ਼ਰਾ ਦੀ ਕੀ ਮਜਾਲ ਹੈ ਕਿ ਉਹ ਅਸਤੀਫਾ ਨਾ ਦੇਣ? ਅਸਤੀਫਾ ਦੇਣਾ ਪੈ ਸਕਦਾ ਉਹਨਾਂ ਨੂੰ। ਜੀ। ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਆ, ਪਰ ਅਜੇ ਤੱਕ ਸਾਡੇ ਪ੍ਰੋਗਰਾਮ ਰਿਕਾਰਡ ਹੋਣ ਵੇਲੇ ਤੱਕ ਸਭ ਕੁਝ ਬੰਦ ਪਿਆ, ਠੱਪ ਪਿਆ। ਇਹ ਨਰਿੰਦਰ ਮੋਦੀ ਦਾ ਮੂੰਹ ਵੀ ਬੰਦ ਹੈ ਔਰ ਅਮਿਤ ਸ਼ਾਹ ਦਾ ਮੂੰਹ ਵੀ ਬੰਦ ਹੈ ਔਰ ਅਜੇ ਮਿਸ਼ਰਾ ਦੇ ਭਵਿੱਖ ਬਾਰੇ ਅਜੇ ਕੋਈ ਫੈਸਲਾ ਨਹੀਂ ਹੋ ਰਿਹਾ। ਇਹ ਚੁੱਪ ਬਹੁਤ ਮਾੜੀ ਹੈ। ਜੀ। ਤੇ ਕੁਲਦੀਪ ਜੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਇਹ ਲਖੀਮਪੁਰ ਪਹੁੰਚੇ ਨੇ। ਇਹਨਾਂ ਦਾ ਉੱਥੇ ਪਹੁੰਚਣ ਦਾ ਮਤਲਬ ਜਾਂ ਫਾਇਦਾ ਕੀ ਹੈ? ਫਾਇਦੇ ਵਾਲੀ ਗੱਲ ਤੁਸੀਂ ਖੂਬ ਕੀਤੀ ਹੈ। ਜੀ। ਫਾਇਦਾ ਹੈ। ਜੀ। ਜੇ ਅਸੀਂ ਯੂਪੀ ਦੀ ਗੱਲ ਕਰੀਏ ਤੇ ਯੂਪੀ ਦੇ ਵਿੱਚ ਤੇ ਗਾਉਣ ਨੂੰ ਹੀ ਕੁਝ ਨਹੀਂ ਹੈ ਕਾਂਗਰਸ ਕੋਲ। ਜੀ। ਜਿਵੇਂ ਉਹਨਾਂ ਦੀ ਜੋ ਹਾਲਾਤ ਹੈ, ਪਿਛਲੇ ਦਿਨਾਂ ਦੇ ਵਿੱਚ ਵੀ, ਪਿਛਲੇ ਕੁਝ ਮਹੀਨਿਆਂ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਕਾਂਗਰਸ ਦੇ ਵਰਕਰ ਤੇ ਸੰਭਾਵੀ ਉਮੀਦਵਾਰ ਜਿਹੜੇ ਨੇ ਦੂਸਰੀਆਂ ਪਾਰਟੀਆਂ ਵਿੱਚ ਵੜ ਗਏ ਨੇ, ਜਿਨ੍ਹਾਂ ਵਿੱਚੋਂ ਬਹੁਤੇ ਜਿਹੜੇ ਨੇ ਸਮਾਜਵਾਦੀ ਪਾਰਟੀ ਵਿੱਚ ਵੜ ਗਏ ਨੇ। ਜੀ। ਕਾਂਗਰਸ ਨੇ ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਅੱਗੇ ਕੀਤਾ ਸੀ। ਪ੍ਰਿਯੰਕਾ ਗਾਂਧੀ ਦਾ ਅਸਰ ਵੀ ਕੁਝ ਨਾ ਹੋਇਆ। ਜੀ। ਤੇ ਜੇ ਤੁਹਾਨੂੰ ਯਾਦ ਹੋਵੇ, ਪਿਛਲੀਆਂ ਚੋਣਾਂ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਥੇ ਕੌਣ ਗਏ ਸੀ? ਆਪਣੇ ਨਵਜੋਤ ਸਿੰਘ ਸਿੱਧੂ ਜੀ ਵੀ ਗਏ ਸੀ। ਜੀ। ਪਰ ਉਹ ਹਰ ਜਗ੍ਹਾ ਚੌਕੇ ਛੱਕੇ ਚੱਲਦੇ ਨਹੀਂ। ਜੀ। ਨਵਜੋਤ ਸਿੰਘ ਸਿੱਧੂ ਚੰਗੇ ਖਿਡਾਰੀ ਰਹੇ ਨੇ। ਖਿਡਾਰੀ ਜਿਸ ਪੱਧਰ ਤੇ ਉਹ ਪਹੁੰਚੇ ਨੇ ਉਹ ਬਹੁਤ ਵੱਡੀ ਗੱਲ ਹੈ। ਜੀ। ਪਰ ਮੈਂ ਇੱਕ ਜਾਣਕਾਰੀ ਇੱਥੇ ਵੀ ਦੇਣੀ ਚਾਹਾਂਗਾ, ਉਹਨਾਂ ਨੂੰ ਪਤਾ ਹੋਵੇਗਾ ਉਹਨਾਂ ਦੇ ਅੰਦਰ ਗੱਲ। ਜੀ। ਉਹ ਕਹਿ ਸਕਦੇ ਨੇ ਕਿ ਵੈਸਟ ਇੰਡੀਜ਼ ਵਿੱਚ ਵੀ ਸੈਂਚਰੀ ਬਣਾਈ ਹੈ, ਪਾਕਿਸਤਾਨ 'ਚ ਵੀ ਬਣਾਈ ਹੈ। ਜੀ। ਲੇਕਿਨ ਉਹਨਾਂ ਦੀ ਇੱਕ ਵੀ ਸੈਂਚਰੀ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਗਲੈਂਡ ਜਾਂ ਸਾਊਥ ਅਫਰੀਕਾ ਦੇ ਖਿਲਾਫ ਨਹੀਂ ਹੈ। ਉੱਧਰ ਜਾ ਕੇ ਇੱਧਰ ਹੋਣਗੀਆਂ। ਇਹ ਗੱਲ ਬੇਸ਼ੱਕ ਤੁਸੀਂ ਰਿਕਾਰਡ ਫੋਲ ਕੇ ਦੇਖ ਲੈਣੇ। ਜੀ। ਹੁਣ ਇਹ ਰਿਕਾਰਡ ਉਹਨਾਂ ਨੂੰ ਪਤਾ ਹੋਵੇਗਾ, ਸੋ ਉਹਨਾਂ ਨੇ ਉੱਥੇ ਅੰਦਾਜ਼ਾ ਲਾ ਲਿਆ ਤੇ ਅਜੇ ਤੱਕ ਯੂਪੀ ਦੇ ਮਾਮਲੇ ਵਿੱਚ ਉਹ ਥੋੜੇ ਪਿੱਛੇ ਨੇ। ਜੀ। ਖੈਰ, ਪ੍ਰਿਯੰਕਾ ਨੇ ਪਹਿਲੇ ਦਿਨ ਹੀ ਸ਼ੂਟ ਵੱਟ ਲਈ ਉੱਥੇ ਨੂੰ, ਤੇ ਪ੍ਰਿਯੰਕਾ ਦੇ ਨਾਲ ਦਪਿੰਦਰ ਹੁੱਡਾ
ਤੇ ਉਹਨਾਂ ਦੀ ਝੜਪ ਵੀ ਹੋਈ ਹੈ ਪੁਲਿਸ ਵਾਲਿਆਂ ਦੇ ਨਾਲ, ਤੇ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਧਮਕੀ ਵੀ ਦਿੱਤੀ ਹੈ, ਧੱਕਾ ਮੁੱਕੀ ਹੋਣ ਦੀਆਂ ਖਬਰਾਂ ਵੀ ਨੇ। ਤੇ ਫਿਰ ਪ੍ਰਿਯੰਕਾ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਕਮਰੇ ਦੇ ਵਿੱਚ ਜਿੱਥੇ ਉਹ ਝਾੜੂ ਲਾ ਰਹੀ ਹੈ ਜੀ। ਉਹ ਤਸਵੀਰਾਂ ਵਾਇਰਲ ਹੁੰਦੀਆਂ, ਸਭ ਨੇ ਵੇਖੀਆਂ ਨੇ। ਉਸ ਤੋਂ ਬਾਅਦ ਪ੍ਰਿਯੰਕਾ ਨੂੰ ਇੱਕ ਕੈਦੀ ਦੀ ਤਰ੍ਹਾਂ ਅੰਦਰ ਹੁੜ ਕੇ ਰੱਖਿਆ ਜਾਂਦਾ ਹੈ। ਉਸ ਕੋਲ ਫੋਨ ਜ਼ਰੂਰ ਹੈ, ਉਹ ਵੀਡੀਓ ਵਾਇਰਲ ਕਰ ਰਹੀ ਹੈ। ਉਸ ਕੋਲੋਂ ਇਹ ਸਾਧਨ ਜਿਹੜੇ ਨੇ ਖੋਏ ਨਹੀਂ ਗਏ, ਪਰ ਨਾਲ ਦੀ ਨਾਲ ਉਸ ਨੂੰ ਛੱਡਿਆ ਵੀ ਨਹੀਂ ਗਿਆ। ਆਮ ਤੌਰ ਤੇ ਰਾਜਨੀਤਿਕ ਗ੍ਰਿਫਤਾਰੀਆਂ ਜਿਹੜੀਆਂ ਹੁੰਦੀਆਂ ਨੇ, ਲੰਬੇ ਸਮੇਂ ਲਈ ਡਿਟੇਨ ਜਦੋਂ ਕੀਤਾ ਜਾਂਦਾ ਜਾਂ ਅਗਲੇ ਦੇ ਘਰ ਵਿੱਚ ਅਗਲੇ ਨੂੰ ਨਜ਼ਰਬੰਦ ਕੀਤਾ ਜਾਂਦਾ, ਜਿਵੇਂ ਜੰਮੂ ਕਸ਼ਮੀਰ ਵਿੱਚ ਹੋਇਆ ਸੀ, ਤਾਂ ਜੇ ਕਿਸੇ ਕੇਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੋਵੇ ਤੇ ਫਿਰ ਤਾਂ ਸਪਸ਼ਟ ਹੁੰਦੀ ਹੈ ਸਥਿਤੀ ਕਿ ਉਹ 'ਤੇ ਕੇਸ ਪਾ ਦਿੱਤਾ ਜਾਂਦਾ ਤੇ ਵਕੀਲ ਦੇ ਜ਼ਰੀਏ ਫਿਰ ਜ਼ਮਾਨਤ ਹੋਣੀ ਹੈ। ਪ੍ਰਿਯੰਕਾ ਗਾਂਧੀ ਦੀ ਸਥਿਤੀ ਇਹਨਾਂ ਦੋਵਾਂ ਵਿੱਚੋਂ ਕੋਈ ਨਹੀਂ ਸੀ। ਉਹਨਾਂ ਦੀ ਗ੍ਰਿਫਤਾਰੀ ਤੇ ਸਰਕਾਰ ਨੇ ਇਹ ਕਹਿ ਕੇ ਕੀਤੀ ਸੀ ਕਿ ਇੱਥੇ ਹਾਲਾਤ ਵਿਗੜਨ ਦਾ ਡਰ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਇhtiyat ਵਜੋਂ ਜਿਹੜਾ ਹੈ ਕਿ ਲੋਕੀ ਭੜਕ ਨਾ ਜਾਣ, ਇਸ ਕਰਕੇ ਗ੍ਰਿਫਤਾਰ ਕੀਤਾ ਹੈ। ਪ੍ਰਿਯੰਕਾ ਗਾਂਧੀ ਤੇ ਆਪਣੇ ਕਮਰੇ ਵਿੱਚ ਬੰਦ ਰਹੀ ਆ, ਅੱਜ ਉਹਨਾਂ ਨੂੰ ਛੱਡ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ, ਭੁਪੇਸ਼ ਬਘੇਲ ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਤੇ ਇੱਕ ਦੇ ਕੋਈ ਹੋਰ ਨੇ, ਇਹਨਾਂ ਸਾਰਿਆਂ ਨੂੰ ਉੱਥੇ ਪੀੜਤ ਪਰਿਵਾਰਾਂ ਨੂੰ ਸ਼ਰਤਾਂ ਸਹਿਤ ਮਿਲਣ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਗਈ ਹੈ। ਉਸ ਤੋਂ ਪਹਿਲਾਂ ਛੱਤੀਸਗੜ੍ਹ ਦੀ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਮ੍ਰਿਤਕਾਂ ਦੇ ਵਾਰਸਾਂ ਨੂੰ ਜਿਹੜਾ ਹੈ 50-50 ਲੱਖ ਰੁਪਏ ਜਿਹੜਾ ਹੈ ਆਪਣੇ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਹੈ। ਯੂਪੀ ਸਰਕਾਰ ਨੇ 45 ਲੱਖ ਆਖਿਆ ਸੀ। ਹੁਣ ਇਹ ਸਾਰਿਆਂ ਨੂੰ ਦੇਣਗੇ ਕਿ ਜਾਂ ਕਿਸਾਨਾਂ ਵਾਲਿਆਂ ਨੂੰ ਦੇਣਗੇ, ਇਸ ਪੰਜਾਬ ਵਾਲੇ ਜਾਂ ਛੱਤੀਸਗੜ੍ਹ ਵਾਲੇ ਇਸ ਗੱਲ ਦਾ ਨਹੀਂ ਹੈ, ਸ਼ਾਇਦ ਕਿਸਾਨ ਪਰਿਵਾਰਾਂ ਨੂੰ ਦੇਣਗੇ। ਸਥਿਤੀ ਗੰਭੀਰ ਹੈ, ਪਰ ਇਹ ਫੇਰ ਹੀ ਰਾਜਨੀਤਿਕ ਦੱਸੀ ਜਾ ਰਹੀ ਹੈ। ਪਰ ਮੈਂ ਦੂਸਰਾ ਪੱਖ ਇਸ ਦਾ ਲੈਣਾ। ਆਮ ਤੌਰ ਤੇ ਜਦੋਂ ਪਹਿਲਾਂ ਵੀ ਕਿਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤੇ ਰਾਜਨੀਤਿਕ ਵਿਰੋਧੀ ਧਿਰ ਦੇ ਲੋਕ ਭੱਜਦੇ ਨੇ, ਜਾਂਦੇ ਨੇ। ਆਮ ਆਦਮੀ ਪਾਰਟੀ ਵਾਲੇ ਵੀ ਗਏ ਨੇ, ਅਕਾਲੀ ਦਲ ਨੇ ਵੀ ਕਿਹਾ ਅਸੀਂ ਜਾਣਾ ਹੈ, ਹੋਰ ਉੱਥੇ ਦੀਆਂ ਪਾਰਟੀਆਂ, ਅਖਿਲੇਸ਼ ਯਾਦਵ, ਬਹੁਜਨ ਸਮਾਜ ਪਾਰਟੀ ਵਾਲੇ ਸਾਰੇ ਨਿਕਲ ਪਏ ਨੇ। ਯੂਪੀ ਵੱਡਾ ਸੂਬਾ ਹੈ ਤੇ ਯੂਪੀ ਦਾ ਅਸਰ ਤੇ ਪੂਰੇ ਭਾਰਤ ਵਿੱਚ ਵੇਖਣ ਨੂੰ ਮਿਲਦਾ ਹੈ। ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਾਰੇ ਆ ਰਹੇ ਨੇ ਤੇ ਹਾਲਾਤ ਕਿਤੇ ਇੱਕ ਜਗ੍ਹਾ ਇਕੱਠੇ ਨਾ ਹੋ ਜਾਣ ਸਾਰੇ, ਤੇ ਰਾਜਨੀਤਿਕ ਸਾਨੂੰ ਇਹ ਪੈ ਸਕਦੀ ਹੈ। ਚੋਣਾਂ ਤੇ ਸਿਰ ਤੇ ਆਈਆਂ ਖਲੋਤੀਆਂ ਨੇ ਯੂਪੀ ਵਿੱਚ। ਤਾਜ਼ਾ ਤੇ ਗੰਨੇ ਦਾ ਰੇਟ ਵਧਾਇਆ ਮਾੜਾ ਮੋਟਾ ਉੱਥੇ ਇੰਨੇ ਸਾਲਾਂ ਬਾਅਦ। ਖੈਰ, ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਜਿਹੜਾ ਤਰੀਕਾ ਹਰਬਾ ਵਰਤਿਆ ਉਹ ਨਿੰਦਣਯੋਗ ਹੈ। ਅੱਜ ਜਦੋਂ ਚਰਨਜੀਤ ਚੰਨੀ, ਪ੍ਰਿਯੰਕਾ ਤੇ ਹੋਰ ਜਿਹੜੇ ਵਿਅਕਤੀ ਉੱਥੇ ਜਾ ਰਹੇ ਨੇ, ਇੰਟਰਨੈਟ ਸੇਵਾਵਾਂ ਸਵੇਰੇ ਚਾਲੂ ਕਰ ਦਿੱਤੀਆਂ ਗਈਆਂ ਸੀ, ਹੁਣ ਫਿਰ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਕਿਸੇ ਨੂੰ ਹੋਰ ਨੂੰ ਇਜਾਜ਼ਤ ਨਹੀਂ ਹੈ ਤੇ ਉਹ ਬਾਈ ਰੋਡ ਜਿਹੜੇ ਨੇ ਉਹ ਨਿਕਲੇ ਨੇ ਉੱਥੋਂ। ਤੇ ਨਰਿੰਦਰ ਮੋਦੀ ਲਖਨਊ ਤੋਂ ਆ ਕੇ ਕੱਲ੍ਹ ਵਾਪਸ ਮੁੜ ਗਏ ਨੇ ਤੇ ਉਹਨਾਂ ਨੇ ਲਫ਼ਜ਼ ਤੇ ਕੀ ਬੋਲਣਾ ਸੀ ਵਿਜ਼ਿਟ ਕਰਨ ਦਾ, ਤਾਂ ਬਿਲਕੁਲ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ। ਹੁਣ ਇਹ ਲੋਕ ਜਾਣਗੇ, ਮੈਂ ਸਮਝਦਾ ਕਿ ਇਹ ਰਾਜਨੀਤਿਕ ਲਾਹੇ ਲਈ ਗਏ ਨੇ, ਪਰ ਜਾਣਾ ਜ਼ਰੂਰੀ ਹੈ। ਜੇ ਇਸ ਤਰੀਕੇ ਵੀ ਕੋਈ ਵਿਰੋਧੀ ਧਿਰ ਜਿਹੜੀ ਆ ਸਟਰੋਂਗ ਹੋ ਸਕੇ, ਮਜ਼ਬੂਤ ਹੋ ਸਕੇ, ਤੇ ਇਸ ਗੱਲ ਵਿੱਚ ਕੀ ਹਰਜ ਹੈ। ਜੇ ਕੋਈ ਜਾਣਾ ਚਾਹੁੰਦਾ ਤਾਂ ਉਹਨੂੰ ਜਾਣ ਦੇਣਾ ਚਾਹੀਦਾ ਹੈ। ਜੇ ਸਰਕਾਰ ਇਹ ਕਹਿੰਦੀ ਹੈ ਕਿ ਭਾਈ ਅਸੀਂ ਤੇ ਇਸ ਕਰਕੇ ਨਹੀਂ ਜਾਣ ਦਿੱਤਾ ਕਿ ਹਾਲਾਤ ਖਰਾਬ ਹੋ ਸਕਦੇ ਨੇ, ਤੇ ਜਦੋਂ 27 ਸਤੰਬਰ ਨੂੰ ਅਜੇ ਮਿਸ਼ਰਾ ਸਪੀਚਾਂ ਦੇ ਰਹੇ ਸੀ, ਬਿਆਨ ਦੇ ਰਹੇ ਸੀ ਕਿ ਦੇਖੋ ਇਹ ਜ਼ਿਲ੍ਹਾ ਛੱਡਣਾ ਪੈਣਾ, ਫਲੀਆ ਨਹੀਂ ਇਕੱਲਾ, ਦੇਖ ਲਓ ਇਹ ਕਿੱਦਾਂ ਹੋਣੀ ਹੈ। ਤੁਹਾਨੂੰ ਮੇਰੇ ਸੰਸਦ ਬਣਨ ਤੋਂ, ਵਿਧਾਇਕ ਬਣਨ ਤੋਂ ਪਹਿਲਾਂ ਦਾ ਰਿਕਾਰਡ ਦੇਖ ਲਾ, ਪਤਾ ਕਰ ਲਓ ਮੈਂ ਕਿਹੋ ਜਿਹਾ, ਫਿਰ ਮੈਂ ਟਿਕਟ ਨਹੀਂ ਦਿੰਦਾ ਕਿਸੇ ਨੂੰ, 2 ਮਿੰਟਾਂ 'ਚ ਸਿੱਧੇ ਕਰ ਦੋ। ਹੁਣ ਉਹ ਸਫਾਈਆਂ ਦੇ ਰਹੇ ਨੇ। ਦੇਖੋ, ਮੈਂ ਤੇ ਕੋਈ ਕਿਹਾ ਸੀ ਜਿਹੜੇ ਸਾਡੇ ਪੋਸਟਰ ਪਾੜਦੇ ਆ, ਉਹ ਪੋਸਟਰ ਵੀ ਪਾੜਦੇ, ਹੁਣ ਤੇ ਤੁਸੀਂ ਪੁਲਿਸ ਨੂੰ ਕਹੋ ਕਾਰਵਾਈ ਕਰੇ। ਅਜੇ ਮਿਸ਼ਰਾ ਦੇ ਪਿਛੋਕੜ ਬਾਰੇ ਪਤਾ ਕਰਕੇ ਅਸੀਂ ਕੀ ਕਰਨਾ, ਸਾਨੂੰ ਤੇ ਪਤਾ ਲੱਗ ਗਿਆ। ਉਹਨਾਂ ਦੇ ਬੇਟੇ ਦੇ ਪਿਛੋਕੜ ਦਾ ਪਤਾ ਲੱਗ ਗਿਆ ਤੇ ਤੁਸੀਂ ਆਪਣੇ ਪਿਤਾ ਦਾ ਦੱਸਣਾ ਤੇ ਦੱਸ ਸਕਦੇ ਹੋ ਲੋਕਾਂ ਨੂੰ ਕਿਹੋ ਜਿਹਾ ਪਿਛੋਕੜ ਸੀ। ਸੋ ਇਹੋ ਜਿਹੀਆਂ ਗੱਲਾਂ ਕਰਨ ਲਈ ਸਰਕਾਰ ਨੂੰ ਵੀ ਵਾਰੀ ਸੋਚਣਾ ਚਾਹੀਦਾ। ਸਰਕਾਰ ਜੇ ਇੰਨੀ ਫਿਕਰਮੰਦ ਸੀ ਕਿ ਹਾਲਾਤ ਖਰਾਬ ਹੋ ਸਕਦੇ ਨੇ ਇਹਨਾਂ ਲੋਕਾਂ ਦੇ ਉੱਥੇ ਜਾਣ ਨਾਲ, ਤਾਂ ਫਿਰ ਜਦੋਂ ਅਜੇ ਮਿਸ਼ਰਾ ਨੇ ਗੱਲ ਕੀਤੀ ਸੀ ਉਦੋਂ ਕਾਰਵਾਈ ਹੋਣੀ ਚਾਹੀਦੀ ਸੀ। ਬਿਲਕੁਲ। ਕੁਲਦੀਪ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਹਾਂ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਬ੍ਰੇਕ ਦਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਹੀਰ ਸਾਹਿਬ, ਗੱਲ ਯੂਪੀ ਦੀ ਚੱਲ ਰਹੀ ਹੈ, ਮਿਸ਼ਰਾ ਜੀ ਦੀ ਚੱਲ ਰਹੀ ਹੈ। ਯੂਪੀ ਦੇ ਵਿੱਚ ਗੱਲ ਜਿਹੜੀ ਕਿਸਾਨਾਂ ਦੀ ਚੱਲ ਰਹੀ ਹੈ ਨਾ, ਉਹਦੇ 'ਚ ਸਿੱਖ ਭਾਈਚਾਰੇ ਦਾ ਜ਼ਿਕਰ ਆਉਂਦਾ ਵੀ ਇਹ ਖਾਲਿਸਤਾਨੀ ਵੀ ਉੱਥੇ ਸੀ, ਕੋਈ ਆਵਾਜ਼ ਵਿੱਚੋਂ ਸੁਣਦੀ ਹੈ ਵੀਡੀਓ ਦੇ ਵਿੱਚੋਂ। ਅਸਲ ਦੇ ਵਿੱਚ ਯੂਪੀ ਦੇ ਵਿੱਚ ਸਿੱਖ ਭਾਈਚਾਰੇ ਦਾ ਤਾਣਾ ਬਾਣਾ ਕੀ ਹੈ, ਉਹਦੇ ਬਾਰੇ ਦੱਸ ਦਿਓ। ਇਹ ਦਾਸਤਾਨ ਹੈ, ਮੈਂ ਛੋਟਾ ਜਿਹਾ ਬਿਊਰਾ ਇਸ ਦਾ ਜਿਹੜਾ ਵੇਰਵਾ ਦੇਵਾਂਗਾ ਆਪ ਜੀ ਨੂੰ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅਜੇ ਮਿਸ਼ਰਾ ਜੀ ਦੀ ਜਿਹੜੀ ਸਪੀਚ ਵਾਇਰਲ ਹੋਈ ਹੈ ਨਾ ਜੀ, ਉਹ
ਉਹਨਾਂ ਦੇ ਅਸਲ 'ਚ ਨਾ ਉਹ ਇੰਨੇ ਬੇਖੌਫ ਔਰ ਬੇਫਿਕਰ ਬੋਲਦੇ ਤੇ ਕੰਮ ਕਰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਮੈਂ ਕਿਹਦੇ ਬਾਰੇ ਕੀ ਬੋਲਣਾ ਹੈ ਜਾਂ ਕੀ ਕਰਨਾ ਹੈ। ਇਸੇ ਗੱਲ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਉਹਨਾਂ ਨੂੰ ਹੁਣ ਜੀ ਕਿ ਗੱਡੀ ਚਾੜ ਦਿੱਤੀ, ਸ਼ਾਂਤਮਈ ਜਾਂਦੇ ਲੋਕਾਂ ਤੇ ਉਹਨਾਂ ਦੇ ਬੇਟੇ ਨੇ ਤੇ ਵਿੱਚੋਂ ਭੱਜਿਆ ਜਾਂਦਾ ਵੇਖ ਸਕਦਾ। ਪਹਿਲਾਂ ਕਹਿੰਦੇ ਅਸੀਂ ਤਾਂ ਉੱਥੇ ਹੈ ਹੀ ਨਹੀਂ ਸੀ, ਹੁਣ ਕਹਿੰਦੇ ਗੱਡੀ ਵੀ ਮੇਰੀ ਸੀ। ਜੀ ਇੱਕ ਕਾਲੇ ਰੰਗ ਦੀ ਗੱਡੀ ਹੈ, ਇੱਕ ਮੋਰੇ ਥਾਰ ਗੱਡੀ ਹੈ। ਸਭ ਕੁਝ ਹੋ ਰਿਹਾ, ਜਾਂਚ ਹੋਵੇ ਤੇ ਮਿੰਟਾਂ 'ਚ ਪਤਾ ਲੱਗ ਜਾਵੇਗਾ ਕੌਣ ਕੌਣ ਸੀ ਉੱਥੇ। ਖੈਰ, ਜਦੋਂ ਉਹ ਆਪਣੇ ਇੱਕ ਪਿੰਡ ਦੇ ਵਿੱਚ ਬੋਲ ਰਹੇ ਸੀ ਜਿੱਥੇ ਉਹਨਾਂ ਨੇ ਸਪੀਚ ਕੀਤੀ ਹੈ, ਜੀ ਮੈਂ ਕੁਝ ਦਿਨ ਪਹਿਲਾਂ ਸੋਚ ਰਿਹਾ ਸੀ ਕਿ ਪਿੱਛੇ ਗੁਰਦੁਆਰਾ ਸਾਹਿਬ ਤੋਂ ਪਾਠ ਹੋਣ ਦੀ ਆਵਾਜ਼ ਆ ਰਹੀ ਬੈਕਗਰਾਊਂਡ ਦੇ ਵਿੱਚ। ਜੀ ਉਹ ਮੈਨੂੰ ਸ਼ਾਇਦ ਮੇਰੇ ਮਨ ਦਾ ਵਹਿਮ ਸੀ, ਪਰ ਉਹ ਸਹੀ ਗੱਲ ਸੀ। ਜੀ ਉਹਨਾਂ ਨੇ ਸਭਾ ਜਿਹੜੀ ਸੀ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਇੱਕ ਉਹਨਾਂ ਦਾ ਆਪਣਾ ਇੱਕ ਸੰਗਠਨ ਹੈ ਪਾਰਟੀ ਦਾ, ਜੀ ਉਸ ਦੇ ਦਫ਼ਤਰ ਦੇ ਵਿੱਚ ਕੀਤੀ ਹੋਈ ਸੀ ਤੇ ਉੱਥੇ ਸਾਰੀਆਂ ਗੱਲਾਂ ਕੀਤੀਆਂ ਨੇ। ਜੀ ਜ਼ਾਹਿਰਾ ਤੌਰ ਤੇ ਜਦੋਂ ਕਹਿੰਦੇ ਨੇ ਕਿ ਪਲੀਆ ਨਹੀਂ, ਲਖੀਮਪੁਰ ਜ਼ਿਲ੍ਹਾ ਛੱਡਣਾ ਪੈਣਾ, ਇੰਨਾ ਵੱਡਾ ਜ਼ਿਲ੍ਹਾ ਹੈ, ਜੀ ਉਹ ਕਿਸੇ ਹੋਰ ਨੂੰ ਨਹੀਂ, ਸਿੱਖ ਭਾਈਚਾਰੇ ਨੂੰ ਕਹਿ ਰਹੇ ਨੇ। ਜੀ ਮੈਂ ਦੱਸਦਾ ਇਸ ਦਾ ਸਬੂਤ। ਜੀ ਯੂਪੀ ਦੇ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਬੋਲਬਾਲਾ ਹੈ, ਉਸ ਵਿੱਚ ਲਖੀਮਪੁਰ, ਪੀਲੀਭੀਤ, ਸ਼ਾਹਜਹਾਨਪੁਰ, ਸ਼ਾਹਜਹਾਨਪੁਰ ਵੀ ਕਹਿ ਦਿੰਦੇ ਨੇ, ਬਿਜਨੌਰ, ਰਾਮਪੁਰ, ਇਹ ਜ਼ਿਲ੍ਹੇ ਨੇ। ਜੀ ਉੱਤਰਾਖੰਡ ਵਿੱਚ ਵੀ ਹੈ ਜੋ ਪਹਿਲਾਂ ਯੂਪੀ ਦਾ ਹੀ ਹਿੱਸਾ ਸੀ, ਜਿਸ ਨੂੰ ਉੱਤਰਾਂਚਲ ਵੀ ਪਹਿਲਾਂ ਕਹਿੰਦੇ ਸੀ। ਜੀ ਉੱਤਰਾਖੰਡ ਦੇ ਵਿੱਚ ਊਧਮ ਸਿੰਘ ਨਗਰ ਵੀ ਪੰਜਾਬੀਆਂ ਤੇ ਸਿੱਖਾਂ ਦਾ ਗੜ੍ਹ ਹੈ। ਇਹ ਸਾਰੇ ਹੀ ਉਹ ਜ਼ਿਲ੍ਹੇ ਨੇ, ਇਹਨਾਂ ਵਿੱਚੋਂ ਕਈ ਨੇਪਾਲ ਦੀ ਸਰਹੱਦ ਨਾਲ ਲੱਗਦੇ ਨੇ, ਜਿੱਥੇ ਘਟਨਾ ਵਾਪਰੀ ਵੀ ਨੇਪਾਲ ਦੀ ਸਰਹੱਦ ਦੇ ਲਾਗੇ ਆ। ਜੀ ਇਹ ਸਾਰੇ ਜ਼ਿਲ੍ਹੇ ਖੇਤੀ ਪ੍ਰਧਾਨ ਜ਼ਿਲ੍ਹੇ ਨੇ ਜੀ ਤੇ ਇੱਥੇ ਦੀਆਂ ਬੰਜਰ ਤੇ ਬੇਆਬਾਦ ਜ਼ਮੀਨਾਂ ਨੂੰ ਆਬਾਦ ਪੰਜਾਬੀਆਂ ਨੇ ਕੀਤਾ। ਜੋ ਰਿਕਾਰਡ ਦੱਸਦਾ ਹੈ, ਜੋ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਇਹ ਜਿਨ੍ਹਾਂ ਨੂੰ ਦੱਸਿਆ ਅਜੇ ਮਿਸ਼ਰਾ ਨੇ ਕਥਿਤ ਤੌਰ ਤੇ ਕਿ ਇਹ ਭਾਰਤ ਦੇ ਪੰਜਾਬ ਦੇ ਵਿੱਚ ਜਦੋਂ ਖਾਲਿਸਤਾਨ ਦੀ ਲਹਿਰ ਚੱਲ ਰਹੀ ਸੀ, ਉਦੋਂ ਇਹ ਭੱਜ ਕੇ ਆਏ ਖਾਲਿਸਤਾਨੀ ਲੋਕ ਨੇ, ਇਸ ਤਰ੍ਹਾਂ ਦੀ ਗੱਲ ਉਸਨੇ ਕੀਤੀ ਹੈ। ਜੀ ਪਰ ਅਸਲੀਅਤ ਇਹ ਹੈ ਕਿ 1947 ਵੇਲੇ ਵੀ ਬਹੁਤੇ ਲੋਕਾਂ ਨੂੰ ਅਲਾਟਮੈਂਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋਈ, ਪਰ ਸਭ ਤੋਂ ਵੱਡੀ ਗਿਣਤੀ ਇੱਥੇ ਲੋਕ ਆਏ 1950 ਤੋਂ ਲੈ ਕੇ 60ਵਿਆਂ ਦੇ ਵਿੱਚ। ਜੀ ਉਹ ਲੋਕ ਆਏ ਜਦੋਂ 1947 ਵਿੱਚ ਜਿਹੜੇ ਲੋਕ ਉੱਥੇ ਜਾ ਕੇ ਟਿਕ ਗਏ, ਜ਼ਮੀਨਾਂ ਆਬਾਦ ਕੀਤੀਆਂ, ਜ਼ਮੀਨਾਂ ਸਸਤੀਆਂ ਬਹੁਤ ਸੀ, ਖੁੱਲੀਆਂ ਪਈਆਂ ਸੀ, ਆਬਾਦ ਕਰਨ ਵਾਲੀ ਹਿੰਮਤ ਕਿਸੇ ਕੋਲ ਨਹੀਂ ਸੀ। ਤੇ ਪੰਜਾਬੀਆਂ ਦੀ ਹਿੰਮਤੀ ਕੌਮ ਹੈ, ਜੀ ਇਹਨਾਂ ਨੇ ਪੰਜਾਬ ਤੋਂ ਹੋਰ ਲੋਕਾਂ ਨੂੰ ਵੀ ਸੱਦਿਆ, ਆ ਜਾਓ ਜ਼ਮੀਨਾਂ ਖਰੀਦੋ ਤੇ ਲਓ, ਆਬਾਦ ਕਰੋ, ਖੇਤੀ ਕਰੋ। ਜੀ ਦੋ ਹੀ ਮੁੱਖ ਕਿੱਤੇ ਨੇ, ਖੇਤੀਬਾੜੀ ਤੇ ਟਰਾਂਸਪੋਰਟ, ਜੀ ਇਹ ਕੰਮ ਕਰਦੇ ਨੇ। ਵੱਡੀ ਗਿਣਤੀ ਘੱਟ ਲੋਕ ਆਏ 1947 ਚ, 1950 ਤੋਂ 60 ਦੇ ਦਰਮਿਆਨ ਬਹੁਤ ਆਏ। ਤੇ ਫਿਰ ਕੁਛ ਇੱਥੇ ਉਹ ਭਾਈਚਾਰਾ ਹੈ ਜਿਹੜਾ ਜਦੋਂ ਗੁਰੂ ਸਾਹਿਬ ਦੇ ਨਾਲ ਜਾਂ ਸਿੱਖ ਕੌਮ ਨਾਲ ਜਾਂ ਇਤਿਹਾਸ ਨਾਲ ਪ੍ਰਭਾਵਿਤ ਹੋ ਕੇ ਸਿੱਖ ਗੁਰੂਆਂ ਸਾਹਿਬ ਦੇ ਵੇਲੇ ਤੋਂ ਹੀ ਉੱਥੇ ਸਿੱਖ ਬਣ ਗਏ। ਜੀ ਉਹ ਪੁਰਾਣੇ ਇਤਿਹਾਸਿਕ ਲੋਕ ਨੇ ਉੱਥੇ ਰਹਿੰਦੇ ਹੋਏ, ਉਹਨਾਂ ਦਾ ਪੰਜਾਬ ਨਾਲ ਕੋਈ ਪਿਛੋਕੜ ਨਹੀਂ ਆ। ਹਾਲਾਂਕਿ ਇਹ ਗੱਲ ਸੱਚ ਹੈ ਕਿ ਸਿੱਖ ਜਿੱਥੇ ਵੀ ਹੋਵੇਗਾ ਪੰਜਾਬੀ ਜ਼ਬਾਨ ਤਕਰੀਬਨ ਜ਼ਰੂਰ ਉਹ ਬੋਲੇਗਾ। ਜੀ ਇਹ ਯੂਪੀ ਦਾ ਸਿਸਟਮ ਹੈ। ਤਕੋਣੀਆਂ ਪਿੰਡ ਹੈ, ਇਸ ਪਿੰਡ ਦੇ ਵਿੱਚ ਸਿੱਖਾਂ ਦਾ ਕਾਫੀ ਬੋਲਬਾਲਾ ਹੈ। ਇੱਥੇ ਦੇ ਰਹਿਣ ਵਾਲਿਆਂ ਨੇ ਮੀਡੀਆ ਨਾਲ ਕਾਫੀ ਗੱਲਬਾਤ ਕੀਤੀ ਹੈ ਤੇ ਅਜੇ ਮਿਸ਼ਰਾ ਜਿਹੜੇ ਨੇ ਉਹ ਖਾਲਿਸਤਾਨੀ ਆਖ ਰਹੇ ਨੇ ਇਹਨਾਂ ਨੂੰ। ਹੁਣ ਮੈਂ ਇੱਕ ਹੋਰ ਦੱਸਦਾ ਕਿ ਯੂਪੀ ਦੇ ਵਿੱਚ ਕਿੰਨੀ ਕੁ ਸਿੱਖਾਂ ਦੀ ਆਬਾਦੀ ਹੈ। ਜੀ ਹੁਣ 2021 ਚੱਲ ਰਿਹਾ, 2011 ਦੇ ਅੰਕੜਿਆਂ ਮੁਤਾਬਕ ਇੱਥੇ ਤਕਰੀਬਨ 6,40,000 ਸਿੱਖ ਜਿਹੜੇ ਨੇ ਉਹਨਾਂ ਦੀ ਗਿਣਤੀ ਹੋਈ ਹੈ। ਜੀ ਉੱਤਰਾਖੰਡ ਦੇ ਵਿੱਚ 2,36,000 ਸਿੱਖ ਭਾਈਚਾਰਾ ਜਿਹੜਾ ਸੀ, 2011 ਦੀ ਰਾਇਸ਼ੁਮਾਰੀ ਜਾਂ ਮਰਦਮਸ਼ੁਮਾਰੀ ਦੇ ਵਿੱਚ ਗਿਣਤੀ ਹੋਈ ਹੈ। ਜੀ ਯੂਪੀ ਦੀ ਜੇ ਔਸਤ ਕੱਢਣੀ ਹੋਵੇ ਸਿੱਖਾਂ ਦੀ ਆਬਾਦੀ ਦੀ ਤੇ 0.32% ਹੈ, ਅੱਧੀ ਫੀਸਦੀ ਤੋਂ ਵੀ ਘੱਟ ਹੈ। ਜੀ ਜੇ ਉੱਤਰਾਖੰਡ ਦੇ ਵਿੱਚ ਕੱਢਣੀ ਹੋਵੇ ਤਾਂ 2.35% ਜਿਹੜਾ ਕਿ 2.5% ਦੇ ਆਸ-ਪਾਸ ਬਣਦਾ ਹੈ। ਜੀ ਹੁਣ ਇਹਨਾਂ ਦੇ ਵਿੱਚ ਇੱਥੇ ਵੀ ਪਹਿਲਾਂ ਤਰਾਈ ਖੇਤਰ ਦੇ ਵਿੱਚ 1000 ਸਿੱਖ ਪਰਿਵਾਰਾਂ ਨੂੰ ਉਜਾੜਨ ਦੀ ਗੱਲ ਜਿਹੜੀ ਸਾਹਮਣੇ ਆਈ ਸੀ ਕਿ ਭਾਈ ਇਹਨਾਂ ਨੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਮਾਲਕਾਨਾ ਹੱਕ ਨਹੀਂ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਰੌਲਾ ਰੱਪਾ ਪਿਆ, ਗੱਲ ਦਬ ਗਈ ਕੁਛ। ਇਹ ਕੰਮ ਭਾਜਪਾ ਵੱਲੋਂ ਹੀ ਸਮੇਂ-ਸਮੇਂ ਤੇ ਜਾਂ ਕਈ ਹੋਰ ਸਰਕਾਰਾਂ ਵੱਲੋਂ ਵੀ ਕੀਤੇ ਗਏ। ਗੁਜਰਾਤ ਦੇ ਕਛ ਖੇਤਰ ਦੇ ਵਿੱਚੋਂ ਵੀ ਇਸ ਤਰ੍ਹਾਂ ਸਿੱਖ ਭਾਈਚਾਰੇ ਨੂੰ ਉਜਾੜਨ ਦੀਆਂ ਖਬਰਾਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ ਸੀ। ਹੁਣ ਇਹ ਇਸ ਤਰ੍ਹਾਂ ਦਾ ਭਾਈਚਾਰਾ ਹੈ ਸਿੱਖਾਂ ਦਾ। ਅਸਲ ਗੱਲ ਇਹ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਧੀ ਫੀਸਦੀ ਤੋਂ ਵੀ ਘੱਟ ਆਬਾਦੀ ਹੈ। ਇੱਕ ਬੋਲਬਾਲਾ ਤੇ ਭਾਈਚਾਰੇ ਦਾ ਹੈ ਕਿਉਂਕਿ ਵਾਈਬਰੈਂਟ ਲੋਕ ਨੇ, ਮਿਹਨਤੀ ਨੇ, ਮਿਹਨਤਾਂ ਨਾਲ ਤਰੱਕੀਆਂ ਕੀਤੀਆਂ ਨੇ। ਤੇ ਅੱਜ ਵੀ ਮੈਂ ਇੱਕ ਪੱਤਰਕਾਰ ਨੂੰ ਸੁਣ ਰਿਹਾ ਸੀ, ਉੱਥੋਂ ਬੋਲਦਿਆ ਕਿ ਪੰਜਾਬ ਤੋਂ ਬਹੁਤ ਲੋਕ ਉੱਥੇ ਪਹੁੰਚ ਰਹੇ ਨੇ ਤੇ ਇੱਥੇ ਜਿਹੜੇ ਸਥਾਨਕ ਲੋਕ ਨੇ ਪਿੰਡਾਂ ਵਿੱਚ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਕਿ ਇੰਨੀਆਂ ਵੱਡੀਆਂ ਗੱਡੀਆਂ ਪੰਜਾਬ ਦੇ ਵਿੱਚ ਕਿਸਾਨ ਤੇ ਇੰਨੇ ਠੀਕ ਠਾਕ ਕੱਪੜੇ ਪਾਏ ਹੋਏ ਤੇ ਵੱਡੇ ਵੱਡੇ ਝੰਡੇ ਲਾ ਕੇ ਉਹ ਬੜੀ ਹਿੰਮਤ ਨਾਲ ਉੱਥੇ ਪਹੁੰਚ ਰਹੇ ਨੇ। ਉਹਨਾਂ ਦੇ ਚਿਹਰਿਆਂ ਦਾ ਨੂਰ ਹੀ ਹੋਰ ਹੈ। ਫਰਕ ਹੁੰਦਾ ਹੈ, ਹਰ ਜਗ੍ਹਾ ਭੂਗੋਲਿਕ ਫਰਕ ਹੈ।
ਹੁਣ ਉੱਥੇ ਵੀ ਲੋਕ ਨੇ, ਪਰ ਇਹ ਹੈ ਕਿ ਪਿੰਡ ਦੇ ਵਿੱਚ, ਜਿਸ ਪਿੰਡ ਵਿੱਚ ਰਹਿੰਦੇ ਨੇ ਲੋਕ ਸਿੱਖ ਭਾਈਚਾਰੇ ਨਾਲ ਸੰਬੰਧਿਤ, ਉਸ ਪਿੰਡ ਦਾ ਜਿਹੜਾ ਆਗੂ ਹੁੰਦਾ ਹੈ ਜਾਂ ਮੁਖੀਆ, ਇਸ ਤੋਂ ਵੱਧ ਉਹਨਾਂ ਦੀ, ਜਾਂ ਕਿਤੇ ਕਿਤੇ ਕੋਈ ਕਾਉਂਸਲਰ ਹੈ, ਇਸ ਤੋਂ ਵੱਧ ਕੋਈ ਰਾਜਨੀਤਿਕ ਅਹਿਮੀਅਤ ਨਹੀਂ ਹੈ, ਕਿਉਂਕਿ ਵੋਟਾਂ ਦੀ ਗਿਣਤੀ ਸਿੱਖ ਭਾਈਚਾਰੇ ਦੀ ਬਹੁਤ ਥੋੜ੍ਹੀ ਹੈ। ਪਰ ਇਹ ਅੱਖਾਂ ਵਿੱਚ ਚੁੱਭਦੇ ਨੇ, ਕਿਉਂਕਿ ਥੋੜ੍ਹੇ ਜਿਹੇ ਵੈਲ ਆਫ ਲੋਕ ਨੇ ਤੇ ਮਿਹਨਤੀ ਨੇ, ਆਪਣੀ ਮਿਹਨਤਾਂ ਨਾਲ ਉਹਨਾਂ ਨੇ ਤਰੱਕੀਆਂ ਕੀਤੀਆਂ ਨੇ। ਤੇ ਕੁਲਦੀਪ ਜੀ, ਹੁਣ ਯੂਪੀ ਦੀ ਸਿਆਸਤ ਤੋਂ ਬਾਅਦ ਪੰਜਾਬ ਦੀ ਸਿਆਸਤ ਵੱਲ ਮੁੜਦੇ ਹਾਂ। ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ, ਮਨਜ਼ੂਰ ਹੋਇਆ ਜਾਂ ਨਾ ਮਨਜ਼ੂਰ ਹੋਇਆ ਇਹਦੇ ਬਾਰੇ ਤਾਂ ਨਹੀਂ ਹਾਲੇ ਤੱਕ ਕੁਝ ਵੀ ਪਤਾ ਲੱਗ ਸਕਿਆ, ਪਰ ਨਵਜੋਤ ਸਿੱਧੂ ਨੂੰ ਆਲਾ ਕਮਾਨ ਨੇ ਕੋਈ ਨਵਾਂ ਹੁਕਮ ਦਿੱਤਾ ਹੈ, ਉਹਦੇ ਬਾਰੇ ਦੱਸ ਦਿਓ। ਇਹ ਰੌਲਾ ਜਿਹਾ ਪਿਆ ਹੈ ਪਰਮਿੰਦਰ ਜੀ ਕਿ ਆਲਾ ਕਮਾਨ ਨੇ, ਹਾਈ ਕਮਾਨ ਨੇ ਕਹਿ ਦਿੱਤਾ ਹੈ ਕਿ ਭਾਈ ਆਹ ਲਾਈਨ ਹੈ, ਜਾਂ ਇਹਦੇ ਇੱਧਰ ਹੋ ਜਾਓ ਜਾਂ ਇੱਧਰ ਹੋ ਜਾਓ ਜੀ। ਹੁਣ ਕਹਿੰਦੇ ਨੇ ਕਿ ਬੁੱਲੇ ਸ਼ਾਹ ਜਦੋਂ ਉਹ ਇੱਕ ਪਾਸੇ ਤੇ ਰੱਬ ਦੀ ਦਰਗਾਹ ਹੈ ਤੇ ਇੱਕ ਪਾਸੇ ਦੁਨੀਆਦਾਰੀ ਹੈ, ਉਹਨਾਂ ਦੋਨਾਂ ਦੇ ਵਿਚਕਾਰ ਖੜਾ ਸੋਚਦਾ ਹੈ, ਤੇ ਸ਼ਾਹ ਇਨਾਇਤ ਦੀ ਦਰਗਾਹ ਦੇ ਬਾਹਰ ਖੜਾ ਹੈ ਤੇ ਸੋਚੀ ਜਾ ਰਿਹਾ ਕਿ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ, ਤੇ ਇੱਕ ਝਾੜੂ ਫੇਰਨ ਵਾਲੀ ਬੀਬੀ ਆਉਂਦੀ ਹੈ ਤੇ ਉਹਨੂੰ ਕਹਿੰਦੀ ਬੁੱਲਿਆ ਜਾਂ ਇਸ ਪਾਸੇ ਹੋ ਜਾ ਜਾਂ ਇਸ ਪਾਸੇ ਹੋ ਜਾ, ਤੇ ਉਹ ਗੈਰ ਇਰਾਦਤਨ ਨਹੀਂ ਉਹ ਦਰਗਾਹ ਵਾਲੇ ਪਾਸੇ ਹੋ ਜਾਂਦਾ ਤੇ ਸ਼ਾਹ ਇਨਾਇਤ ਦਾ ਮੁਰੀਦ ਹੋ ਜਾਂਦਾ ਹੈ। ਕਹਿੰਦੇ ਨੇ ਕਿ ਆਲਾ ਕਮਾਨ ਨੇ ਇੱਕ ਲਾਈਨ ਖਿੱਚ ਦਿੱਤੀ ਹੈ ਸਿੱਧੂ ਨੂੰ ਕਿ ਜਾਂ ਇਨ ਤੇ ਜਾਂ ਆਊਟ, ਵਿੱਚ ਵਿਚਾਲੇ ਕੋਈ ਗੱਲ ਨਹੀਂ। ਪਰ ਇਹ ਗੱਲ ਕਿੱਥੋਂ ਨਿਕਲੀ ਆ? ਜਾਂ ਆਲਾ ਕਮਾਨ ਦੇ ਕੋਲ ਇੰਨੀ ਤਾਕਤ ਹੈ, ਜੇ ਇੰਨੀ ਸਟਰੋਂਗਲੀ ਉਹ ਕਹਿ ਸਕਦੇ ਨੇ ਨਵਜੋਤ ਸਿੰਘ ਸਿੱਧੂ ਨੂੰ? ਨਵਜੋਤ ਸਿੰਘ ਸਿੱਧੂ ਜਿੰਨੇ ਸਟਰੋਂਗ ਮਜ਼ਬੂਤ ਵਿਅਕਤੀਤਵ ਵਜੋਂ ਉੱਭਰੇ ਨੇ, ਆਲਾ ਕਮਾਨ ਇਸ ਸਥਿਤੀ ਵਿੱਚ ਮੈਨੂੰ ਜਾਪਦੀ ਨਹੀਂ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਇੰਨੀ ਸਖਤੀ ਨਾਲ ਗੱਲ ਕੋਈ ਕਹਿ ਸਕਣ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਬਿਨਾਂ ਕੋਈ ਅਹੁਦਾ ਹੁੰਦਿਆਂ ਸਾਰੀਆਂ ਆਪਣੀਆਂ ਗੱਲਾਂ ਰੱਖੀਆਂ ਨੇ, ਚੀਫ ਮਿਨਿਸਟਰ ਨੂੰ ਵੀ ਚੈਲੰਜ ਕੀਤਾ, ਹਰ ਇੱਕ ਨੂੰ ਕੀਤਾ ਹੈ, ਤੇ ਅੱਜ ਉਹ DGP ਨੂੰ ਵੀ ਕਰ ਰਹੇ ਨੇ ਤੇ ਐਡਵੋਕੇਟ ਜਨਰਲ ਨੂੰ ਵੀ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਛਛੋਪਨ ਜਿਹੜੀ ਹੈ ਥੋੜ੍ਹੀ ਜਿਹੀ ਬਣੀ ਹੋਈ ਹੈ। ਹੁਣ ਮੈਂ ਤੁਹਾਨੂੰ ਮੈਂ ਦੱਸਦਾ ਕਿ ਹਰੀਸ਼ ਰਾਵਤ ਦੀ ਜਿਹੜੀ ਗੱਲ ਹੈ, ਹਰੀਸ਼ ਰਾਵਤ ਨੇ ਇਸ ਗੱਲ ਤੇ ਇੱਕ ਗੱਲ ਕਰ ਦਿੱਤੀ ਹੈ ਜਿਸ ਨਾਲ ਮੈਨੂੰ ਲੱਗਦਾ ਹੈ ਕਿ ਵਿਰਾਮ ਲੱਗ ਗਿਆ। ਉਹਨਾਂ ਨੇ, ਨਵਜੋਤ ਸਿੰਘ ਸਿੱਧੂ ਨੇ ਜਦੋਂ ਕਿਹਾ ਕਿ ਮੈਂ ਵੀ ਲਖੀਮਪੁਰ ਖੀਰੀ ਜਾਣਾ ਹੈ ਤੇ ਜਾਣਾ, ਹੁਣ ਕੱਲ੍ਹ ਨੂੰ ਪ੍ਰੋਗਰਾਮ ਹੈ, ਤੇ ਰਾਵਤ ਨੇ ਨਾਲ ਦੀ ਨਾਲ ਬਿਆਨ ਦਿੱਤਾ ਕਿ ਇਹ ਗੱਲ ਹੋਈ ਨਾ, ਇਹ ਜਾਣਾ ਚਾਹੀਦਾ, ਇਹ ਗੱਲ ਸਹੀ ਤੁਸੀਂ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਜੇ ਰਾਵਤ ਉਹਨਾਂ ਨੂੰ ਸ਼ਾਬਾਸ਼ ਦੇ ਰਹੇ ਨੇ ਤੇ ਇੰਚਾਰਜ ਤੇ ਹਲੇ ਉਹ ਨੇ, ਮੈਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਜਿਹੜੀ ਗੱਲ ਹੈ ਕਿ ਇਨ ਜਾਂ ਆਊਟ, ਇਸ ਤਰ੍ਹਾਂ ਦੀਆਂ ਅਟਕਲਾਂ ਤੇ ਪਤਾ ਨਹੀਂ ਕਿੰਨੀਆਂ ਗਾਈਆਂ। ਕਾਂਗਰਸ ਪਾਰਟੀ ਨੇ ਸਾਨੂੰ ਛਛੋਪੰਜ ਵਿੱਚ ਰੱਖਿਆ, ਹਾਈ ਕਮਾਨ ਨੇ ਵੀ ਤੇ ਪੰਜਾਬ ਕਾਂਗਰਸ ਨੇ ਵੀ, ਕਿ ਭਾਈ ਤੁਸੀਂ ਸੋਚਦੇ ਰਹੋ ਤੇ ਅਸੀਂ ਆਪਣੀਆਂ ਅਦਲਾ ਬਦਲੀਆਂ ਆਪਣੇ ਤੌਰ ਤੇ ਕਰਦੇ ਰਹਿਣਾ ਹੈ। ਤੇ ਉਹਨਾਂ ਨੇ ਕਈ ਵਾਰੀ ਆਪਸ ਵਿੱਚ ਵੀ ਛਛੋਪੰਜ ਵਿੱਚ ਹੀ ਜਾਪਦੇ ਨੇ, ਇਸ ਤਰ੍ਹਾਂ ਦਾ ਠੋਸ ਹੋ ਕੇ ਇਹਨਾਂ ਨੇ ਕਦੇ ਕੋਈ ਫੈਸਲਾ ਲਿਆ ਨਹੀਂ। ਤਾਂ ਆਲਾ ਕਮਾਨ ਦਾ ਸਿੱਧੂ ਬਾਰੇ ਇਸ ਤਰ੍ਹਾਂ ਦਾ ਕੋਈ ਸਟੈਂਡ ਹੋਵੇਗਾ, ਮੈਨੂੰ ਇਸ ਗੱਲ ਤੇ ਸ਼ੱਕ ਹੈ ਜੀ। ਤੇ ਕੁਲਦੀਪ ਜੀ, ਆਪਣੀ ਆਪਸੀ ਖੇਡ ਹੈ, ਹੋ ਸਕਦਾ ਟਾਈਮ ਲੰਘਾਉਂਦੇ ਹੋਣ, ਟਾਈਮ ਪਾਸ ਹੋ ਜਾਏ ਤੇ ਚੋਣਾਂ ਦਾ ਐਲਾਨ ਹੋ ਜਾਏ ਤੇ ਕੰਮ ਸੌਖਾ ਹੋ ਜਾਏ, ਤੇ ਪਰ ਇਸ ਵੇਲੇ ਸਿੱਧੂ ਦੇ ਵਿਰੋਧੀ ਜਿਹੜੇ ਨੇ ਉਹ ਵੀ ਤਕੜੇ ਨੇ, ਉਹ ਵੀ ਕੋਈ ਚਾਲ ਖੇਡ ਰਹੇ ਨੇ ਨਵੀਂ, ਜਾਂ ਸੋਚ ਰਹੇ ਨੇ ਕੁਝ ਨਵਾਂ ਕਰਨ ਦਾ? ਇਹ ਗੱਲ ਠੀਕ ਹੈ, ਇਹ ਗੱਲ ਵੀ ਕਿਤੋਂ ਤਾਂ ਨਿਕਲੀ ਹੈ ਨਾ ਕਿ ਆਲਾ ਕਮਾਨ ਨੇ ਕਹਿ ਦਿੱਤਾ ਕਿ ਸਿੱਧੂ ਨੂੰ ਇਨ ਜਾਂ ਆਊਟ। ਦਿੱਲੀ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਏ ਨੇ ਤੇ ਉਹਨਾਂ ਨਾਲ ਮੁਲਾਕਾਤ ਕਿਸ ਦੀ ਹੋਈ ਆ? ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਹੋਰ ਜਿਹੜਾ ਖੇਮਾ ਵਿਰੋਧੀ ਆ, ਤੇ ਉਹ ਜਿਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਕੈਪਟਨ ਦੇ ਹਮਾਇਤੀ ਸਨ। ਚਲੋ ਕੈਪਟਨ ਤੇ ਅੱਜ ਮੁੱਖ ਮੰਤਰੀ ਨਹੀਂ, ਪਰ ਸਿੱਧੂ ਦੇ ਨੇ ਹਮਾਇਤੀ ਉਹ ਹੈ ਨਹੀਂ। ਤੇ ਜਦੋਂ ਸਿੱਧੂ ਨੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ, ਤੇ ਰਵਨੀਤ ਸਿੰਘ ਬਿੱਟੂ ਜਦੋਂ ਉਹਨਾਂ ਨੂੰ ਪੱਤਰਕਾਰ ਪੁੱਛਦੇ ਨੇ ਕਿ ਪ੍ਰਧਾਨ ਜੀ ਤਾਂ ਉਹਦਾ ਛੱਡ ਗਏ ਨੇ, ਕਹਿੰਦੇ ਜੀ ਕਿਹੜੇ ਪ੍ਰਧਾਨ ਜੀ? ਦੇਖੋ ਜੀ, ਇੱਕ ਹਲਕਾ ਪ੍ਰਧਾਨ ਹੁੰਦਾ ਹੈ, ਫਲਾਨਾ ਪ੍ਰਧਾਨ ਹੁੰਦਾ, ਇੱਕ ਸੂਬਾ ਪ੍ਰਧਾਨ ਹੁੰਦਾ, ਪਤਾ ਤੇ ਉਹਨਾਂ ਨੂੰ ਹੈ, ਪਰ ਸਰਕੈਸਟਿਕਲੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਹ ਅੰਦਰੋਂ ਕੋਈ ਸੌਫਟ ਕਾਰਨਰ ਸਿੱਧੂ ਪ੍ਰਤੀ ਉਹ ਰੱਖਦੇ ਨਹੀਂ। ਹੁਣ ਸਿੱਧੂ ਦੇ ਖਿਲਾਫ ਲਾਮਬੰਦੀ ਦੀਆਂ ਖਬਰਾਂ ਜ਼ਰੂਰ ਨੇ, ਪਰ ਉਹ ਲਾਮਬੰਦੀ ਕਿੰਨੀ ਕੁ ਮਜ਼ਬੂਤ ਹੈ ਇਸ ਗੱਲ ਦਾ ਮੈਨੂੰ ਕੋਈ ਬਹੁਤਾ ਵਜਨ ਲੱਗਦਾ ਨਹੀਂ। ਲਾਮਬੰਦੀ ਹੋ ਜ਼ਰੂਰ ਰਹੀ ਹੈ। ਹੁਣ ਇਹ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਮੈਂ ਨਾਮ ਲਏ ਨੇ, ਇਹ ਦਿੱਲੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਨੇ, ਤੇ ਹੋ ਸਕਦਾ ਹੈ ਕਿ ਉਹਦਾ ਅਸਤੀਫਾ ਅਜੇ ਤੱਕ ਛਛੋਪੰਜ ਵਿੱਚ ਹੈ, ਨਾ ਮੰਨਿਆ ਗਿਆ ਤੇ ਨਾ ਉਸ ਨੂੰ ਵਾਪਸ ਕੀਤਾ ਗਿਆ ਤੇ ਨਾ ਮਨਜ਼ੂਰ ਕੀਤਾ ਗਿਆ। ਤੇ ਕੀ ਚਰਨਜੀਤ ਸਿੰਘ ਚੰਨੀ ਇੰਨੀ ਤਾਕਤ ਰੱਖਦੇ ਨੇ ਕਿ ਆਪਣੇ ਕੋਲੋਂ ਉਹ ਹਾਈ ਕਮਾਨ ਦੀ ਸਲਾਹ ਤੋਂ ਬਿਨਾਂ ਕੋਈ ਨਵਾਂ ਪ੍ਰਧਾਨ ਥਾਪ ਦੇਣ? ਮੈਨੂੰ ਲੱਗਦਾ ਨਹੀਂ। ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀ ਗੱਲ ਨੂੰ ਯਾਦ ਕਰ ਲਓ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸੀ ਕਿ ਜੇ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਦੇਖ ਲਿਆ ਫਿਰ, ਤੇ ਪ੍ਰਧਾਨ ਤਾਂ ਬਣ ਗਿਆ ਫਿਰ ਉਹ, ਤੇ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਵਿੱਚ ਵੀ ਬਣੇ ਰਹੇ ਨੇ। ਤੇ ਇਹਦਾ ਮਤਲਬ
ਕਾਂਗਰਸ ਦਾ ਪ੍ਰਧਾਨ ਪੰਜਾਬ ਵਿੱਚ ਲਾਉਣ ਲਈ ਮੁੱਖ ਮੰਤਰੀ ਦੀ ਸੇਧ ਤਾਂ ਹੈ ਜੀ ਪਰ ਇੰਨੀ ਜ਼ਿਆਦਾ ਨਹੀਂ ਹੈ। ਅਖੀਰ ਹਾਈ ਕਮਾਨ ਦੀ ਚੱਲਣੀ ਹੈ। ਜੀ ਹਾਈ ਕਮਾਨ ਦੇ ਹੱਥ 'ਚ ਇਹ ਚੀਜ਼ ਤਾਂ ਨਹੀਂ ਹੋ ਸਕਦੀ ਕਿ ਜੇ ਵਿਧਾਇਕ ਦਲ ਕਹਿ ਦੇਵੇ ਕਿ ਸਾਡਾ ਮੁੱਖ ਮੰਤਰੀ ਆ ਰਿਹਾ ਤਾਂ ਹਾਈ ਕਮਾਨ ਉਸ 'ਤੇ ਕੋਈ ਠੋਸ ਕੰਮ ਨਾ ਕਰ ਸਕੇ, ਜੀ ਕਿਉਂਕਿ ਵਿਧਾਇਕਾਂ ਨੇ ਵੱਧ ਨੇ ਫੈਸਲਾ ਕਰ ਲਿਆ ਸੋ ਕਰ ਲਿਆ। ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਹੱਥ ਵੱਸ ਬਹੁਤਾ ਕੁਝ ਨਹੀਂ ਹੈ। ਹਾਈ ਕਮਾਨ ਨੂੰ ਸਿਰਫ ਉਹ ਇਹ ਕਹਿ ਸਕਦੇ ਨੇ ਕਿ ਨਹੀਂ ਜੀ ਚਲੋ ਜੇ ਸਿੱਧੂ ਨਹੀਂ ਮੰਨਦੇ ਤੇ ਤੁਸੀਂ ਇਹਨਾਂ ਨੂੰ ਬਣਾ ਦਿਓ, ਜੀ ਪਰ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਪਣੇ ਸਿਰ ਖੁਦ ਹੋ ਕੇ ਫੈਸਲਾ ਲੈ ਸਕਣਗੇ ਪ੍ਰਧਾਨਗੀ ਬਾਰੇ, ਇਹ ਸੰਭਵ ਨਹੀਂ। ਜੀ ਕੁਲਦੀਪ ਜੀ, ਅਗਲੀ ਖਬਰ ਤੇ ਆਪਾਂ ਚਰਚਾ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਤੇ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਹੁਣ ਉਸ ਸ਼ਖਸੀਅਤ ਦੀ ਜਿਹੜੇ ਕਰੋਨਾ ਕਾਲ ਵਿੱਚ ਬੜੇ ਸਹਿਯੋਗੀ ਬਣ ਕੇ ਉੱਭਰੇ, ਲੋਕਾਂ ਦੀ ਸੇਵਾ ਕੀਤੀ, ਫਿਰ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ, ਪਾਰਟੀ ਜਿੱਤ ਗਈ, ਉਹ ਭਾਵੇਂ ਹਾਰ ਗਏ ਤੇ ਉਹਨਾਂ ਦੀ ਹਾਰ ਤੋਂ ਬਾਅਦ ਵੀ ਉਹ ਡਟੇ ਹੋਏ ਸਨ। ਪਰ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਨਜ਼ਰ ਨਹੀਂ ਆਉਂਦੇ ਮੀਡੀਆ ਦੇ ਵਿੱਚ, ਉਹ ਕਿੱਧਰ ਚਲੇ ਗਏ? ਨਜ਼ਰ ਆਉਣਗੇ ਛੇਤੀ, ਜੀ ਨਜ਼ਰ ਆਏ ਪਿਛਲੇ ਦਿਨਾਂ 'ਚ, ਪਰ ਉਹ ਗਲਤ ਕਾਰਨਾਂ ਕਰਕੇ ਨਜ਼ਰ ਆਏ। ਜੀ ਜੋ ਭਲ ਉਹਨਾਂ ਨੇ ਖੱਟੀ ਸੀ ਕਿਸਾਨ ਅੰਦੋਲਨ ਦੇ ਦਰਮਿਆਨ, ਕੰਮ ਉਹਨਾਂ ਨੇ ਲਾਜਵਾਬ ਕੀਤਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਚਾਹੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਥਰੂ ਕੀਤਾ ਹੋਵੇ ਜਾਂ ਵਿਅਕਤੀਗਤ ਤੌਰ ਤੇ ਕੀਤਾ ਹੋਵੇ, ਉਹ ਇੱਕ ਲੱਤ ਤੇ ਖੜੇ ਹੋਏ ਵੇਖੇ ਜਾ ਸਕਦੇ ਸਨ। ਜੀ ਲੰਗਰ ਦਾ ਪ੍ਰਵਾਹ ਮੋਰਚੇ ਦੌਰਾਨ ਤੇ ਉਸ ਤੋਂ ਬਾਅਦ ਵਕੀਲਾਂ ਨੂੰ ਇਕੱਠੇ ਕਰਕੇ ਜ਼ਮਾਨਤਾਂ ਦਿਵਾਉਣੀਆਂ ਕਰਵਾਉਣੀਆਂ, ਹਰ ਇੱਕ ਦੀਆਂ ਕਰਵਾਉਣੀਆਂ, ਕਿ ਇਹ ਨਹੀਂ ਕਿ ਕੋਈ ਹੋਰ ਹੈ ਇਹਦੀ ਅਸੀਂ ਕਰਵਾਉਣੀ ਹੈ ਤੇ ਇਹਦੀ ਨਹੀਂ ਕਰਵਾਉਣੀ। ਇੱਕ ਪਾਸਿਓਂ ਲੱਗ ਕੇ ਕੰਮ ਕੀਤਾ ਤੇ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਦਿੱਤੀ ਗਈ। ਜੀ ਇਸ ਤੋਂ ਪਹਿਲਾਂ ਵੀ ਉਹ ਕੰਮ ਕਰਦੇ ਰਹੇ ਨੇ। ਉਹਨਾਂ ਨੇ ਵਿਦੇਸ਼ਾਂ ਵਿੱਚ ਫਸੇ ਹੋਏ ਨੌਜਵਾਨਾਂ ਬਾਰੇ ਕਾਫੀ ਕੰਮ ਕੀਤਾ ਹੈ, ਖਾਸ ਤੌਰ 'ਤੇ ਅਰਬ ਕੰਟਰੀਜ਼ ਦੇ ਵਿੱਚ ਜਦੋਂ ਕੋਈ ਨੌਜਵਾਨ ਫਸ ਜਾਂਦੇ ਨੇ ਫਿਰ ਉਹਨਾਂ ਨੂੰ ਲਿਆਉਣ ਦੇ ਉਪਰਾਲੇ, ਬਚਾਉਣ ਦੇ ਉਪਰਾਲੇ ਕਰਦੇ ਨੇ। ਜੀ ਲੋਕ ਉਹਨਾਂ ਨੂੰ ਅਪਰੋਚ ਕਰਦੇ ਵੇਖੇ ਗਏ ਨੇ ਕਿ ਤੁਸੀਂ ਸਾਡੀ ਮਦਦ ਕਰੋ, ਉਹ ਕਰਦੇ ਰਹੇ ਨੇ। ਫਿਰ ਇੱਕ ਗੱਲ ਆਉਂਦੀ ਹੈ, ਦਿੱਲੀ ਕਮੇਟੀ ਦੀਆਂ ਚੋਣਾਂ ਉਹ ਪਾਰਟੀ ਉਹਨਾਂ ਦੀ ਜਿੱਤ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ ਜਿੱਤ ਜਾਂਦਾ ਹੈ, ਜੀ ਪਰ ਉਹ ਖੁਦ ਹਾਰ ਜਾਂਦੇ ਨੇ ਆਪਣੀ ਸੀਟ। ਜੀ ਤੇ ਫਿਰ ਰੌਲਾ ਪੈਂਦਾ ਹੈ। ਇਸ ਵੇਲੇ ਦਿੱਲੀ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਇਹ ਚੋਣਾਂ ਇੱਕ ਦੋ ਵਾਰੀ ਮੁਲਤਵੀ ਵੀ ਹੋਈਆਂ ਨੇ, ਕੋਵਿਡ ਕਰਕੇ ਵੀ, ਹੋਰ ਕਾਰਨਾਂ ਕਰਕੇ ਵੀ, ਜੀ ਪਰ ਸਰਨਾ ਗਰੁੱਪ ਜਿਹੜਾ ਉਹ ਭਾਰੀ ਵੀ ਜਾਪ ਰਿਹਾ ਸੀ। ਪਰ ਇੱਕ ਮੌਕੇ 'ਤੇ ਆ ਕੇ ਮਨਜਿੰਦਰ ਸਿੰਘ ਸਿਰਸਾ ਦਾ ਵਿਅਕਤੀਤਵ ਤੇ ਸ਼੍ਰੋਮਣੀ ਅਕਾਲੀ ਦਲ ਦਾ ਜ਼ੋਰ ਪੈ ਗਿਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਆਪਣੀ ਸੀਟ ਹਾਰੇ ਤੇ ਉਸ ਤੋਂ ਬਾਅਦ ਜਿਹੜਾ ਰੌਲਾ ਪਿਆ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਨਾ ਗੁਰੂ ਗ੍ਰੰਥ ਸਾਹਿਬ 'ਚੋਂ ਪਾਠ ਕਰਨਾ ਆਉਂਦਾ, ਨਾ ਸ਼ੁੱਧ ਪੰਜਾਬੀ ਬੋਲਣੀ ਆਉਂਦੀ ਹੈ, ਨਾ ਪੜ੍ਹਨੀ ਆਉਂਦੀ, ਨਾ ਲਿਖਣੀ ਆਉਂਦੀ। ਬੋਲਣੀ ਤਾਂ ਸ਼ਾਇਦ ਆਉਂਦੀ ਹੋਵੇਗੀ, ਸ਼ੁੱਧ ਤਾਂ ਨਹੀਂ, ਪਰ ਚਲੋ ਉਹਨਾਂ ਦਾ ਇਸ ਹੱਦ ਤੱਕ ਖਿਚਾਈ ਹੁੰਦੀ ਹੈ ਉਹਨਾਂ ਦੀ ਕਿ ਪਹਿਲਾਂ ਉਹਨਾਂ 'ਤੇ ਇਲਜ਼ਾਮ ਲੱਗਦਾ, ਫਿਰ ਉਹ ਕਹਿੰਦੇ ਨੇ ਕਿ ਨਹੀਂ, ਮੈਂ ਪੰਜਾਬੀ ਟੈਸਟ ਦਿੱਤਾ ਹੋਇਆ, ਮੈਂ ਪਾਸ ਹੋ ਕੇ ਆਇਆ, ਮੈਂ ਨਾਮਜ਼ਦਗੀ ਕਾਗਜ਼ ਜਿਹੜੇ ਨੇ ਮੈਂ ਭਰੇ ਨੇ, ਜਦੋਂ ਮੈਂ ਟੈਸਟ ਦਿੱਤਾ ਤੇ ਮੈਂ ਪਾਸ ਹੋਇਆ। ਫਿਰ ਉਹਨਾਂ ਦਾ ਪ੍ਰਸ਼ਨ ਪੱਤਰੀ ਜਿਹੜੀ ਹੈ, ਉੱਤਰ ਪੱਤਰੀ ਜਿਹੜੀ ਹੈ ਉਹ ਲੀਕ ਹੋ ਜਾਂਦੀ ਹੈ, ਜੀ ਆਨਸਰ ਸ਼ੀਟ ਸਾਹਮਣੇ ਆ ਜਾਂਦੀ ਹੈ ਤੇ ਉਸ ਵਿੱਚ ਉਹ ਗਲਤੀਆਂ ਹੀ ਗਲਤੀਆਂ ਆਉਂਦੀਆਂ ਨੇ। ਜੀ ਬਿਲਕੁਲ ਜਿਵੇਂ ਕਿਸੇ ਸ਼ੁਰੂਆਤੀ ਦੌਰ ਦੇ ਕਿਸੇ ਬੱਚੇ ਨੂੰ ਵੀ ਲਿਖਣ ਨੂੰ ਕਹਿ ਦਈਏ, ਜਿਸ ਨੇ ਪੰਜਾਬੀ ਪੜ੍ਹੀ ਹੋਵੇ ਇੱਕ ਦੋ ਜਮਾਤਾਂ, ਤੇ ਉਹ ਲਿਖ ਦੇਗਾ ਸਹੀ। ਪਰ ਮਨਜਿੰਦਰ ਸਿੰਘ ਸਿਰਸਾ ਦੇ ਉਸ ਉੱਤਰ ਦੇ ਵਿੱਚ, ਸ਼ੀਟ ਦੇ ਵਿੱਚ ਗਲਤੀਆਂ ਹੀ ਗਲਤੀਆਂ ਦੀ ਭਰਮਾਰ ਸੀ। ਹੁਣ ਜਦੋਂ ਇਹ ਲੀਕ ਆਊਟ ਹੋਣ ਵਾਲੀ ਗੱਲ ਹੈ ਨਾ ਕਿ ਬਾਹਰ ਕਿਵੇਂ ਆ ਜਾਂਦੀ ਹੈ ਚੀਜ਼, ਇਹ ਗੱਲ ਬੜੀ ਹੈਰਾਨੀਜਨਕ ਹੈ। ਜਦੋਂ ਸਰਕਾਰ ਆਪਣੀ ਹੋਵੇ ਨਾ, ਫਿਰ ਵੱਡੇ ਤੋਂ ਵੱਡੇ ਜਿਹੜੇ ਨੇ ਖਜ਼ਾਨੇ ਨੇ ਉਹ ਵੀ ਲੁਕੋ ਕੇ ਰੱਖ ਲਏ ਜਾਂਦੇ ਨੇ ਤੇ ਬਾਹਰ ਨਹੀਂ ਆਉਣ ਦਿੱਤੇ ਜਾਂਦੇ। ਜਿਵੇਂ ਪੰਜਾਬ ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨਹੀਂ ਸੀ ਤੇ ਨਵਜੋਤ ਸਿੰਘ ਸਿੱਧੂ ਦਾ ਬਿੱਲ ਜਿਹੜਾ ਸੀ ਬਿਜਲੀ ਦਾ, ਉਹ ਇੱਕਦਮ ਵਾਇਰਲ ਕਰ ਦਿੱਤਾ ਗਿਆ ਸੀ। ਹੁਣ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ। ਆਪਣੇ ਫਾਇਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰੀ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਬਾਹਰ ਜਨਤਕ ਕਰ ਦਿੱਤਾ ਜਾਂਦਾ ਹੈ। ਸੋ ਮਨਜਿੰਦਰ ਸਿੰਘ ਸਿਰਸਾ ਦਾ ਵੀ ਪੇਪਰ ਬਾਹਰ ਆਇਆ ਤੇ ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਇਹੋ ਜਿਹੇ ਮੈਂਬਰ ਹੋਣਗੇ ਪੰਜਾਬ ਵਿੱਚ ਵੀ ਹੋਣਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪੰਜਾਬੀ ਲਿਖਣ ਤੇ ਪੜ੍ਹਨ ਦੀ ਸਮੱਸਿਆ ਆਉਂਦੀ ਹੋਵੇਗੀ ਤੇ ਉਹਨਾਂ ਦੇ ਤਾਂ ਕਦੀ ਲੀਕ ਨਾ ਹੋਏ। ਖੈਰ, ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਬਣਨ ਵਾਸਤੇ, ਕਮੇਟੀ ਦੀਆਂ ਚੋਣਾਂ ਵਿੱਚ ਖਲੋਣ ਵਾਸਤੇ ਉਮੀਦਵਾਰ ਦੇ ਜਿਹੜੀ ਯੋਗਤਾ ਹੁੰਦੀ ਹੈ, ਉਸ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਉਸ 'ਤੇ ਪਾਸ ਹੁੰਦੇ ਨਹੀਂ ਦੇਖੇ ਗਏ। ਹੁਣ ਜਦੋਂ ਉਹ ਬਣ ਗਏ ਨੇ ਤੇ ਅਕਾਲੀ ਦਲ ਨੇ ਉਹਨਾਂ ਨੂੰ ਥਾਪ ਦਿੱਤਾ ਇੱਕ ਹੋਰ ਤਰੀਕੇ ਨਾਲ
ਕਿ ਇਹੋ ਸਾਡੇ ਪ੍ਰਧਾਨ ਹੋਣਗੇ ਜੀ ਕਮੇਟੀ ਦੇ, ਤੇ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਗਠਨ ਹੋ ਜਾਵੇ ਜਨਰਲ ਹਾਊਸ ਦਾ, ਜੀ ਤੇ ਅਸੀਂ ਨਵੀਂ ਕਮੇਟੀ ਬਣਾ ਕੇ ਤੇ ਨਵੀਂ ਕਮੇਟੀ ਦੇ ਹਿਸਾਬ ਨਾਲ ਜਿਹੜਾ ਹੈ ਉਹ ਕੰਮਕਾਜ ਆਪਣਾ ਚਲਾਉਣਾ ਸ਼ੁਰੂ ਕਰੀਏ, ਤੇ ਪ੍ਰਧਾਨ ਸਾਹਿਬ ਹੋਵੇ ਜਿੱਥੇ ਵੀ ਜਾਣ। ਜੀ ਪਰ ਹੋਇਆ ਨਹੀਂ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਸਨੇ ਹੀ ਸਾਰਾ ਚੋਣਾਂ ਦਾ ਇਹਨਾਂ ਦਾ ਕੰਮਕਾਜ ਦੇਖਣਾ ਹੁੰਦਾ ਹੈ। ਇਸ ਦਾ ਕਨਸਟੀਟਿਊਸ਼ਨ ਆਪਣਾ ਸ਼੍ਰੋਮਣੀ ਕਮੇਟੀ ਦਾ, ਜੀ ਤੇ ਉਸ ਦੇ ਮੁਤਾਬਕ ਸਰਕਾਰ ਨੇ ਇਸ ਨੂੰ ਕਰਵਾਉਣਾ ਹੁੰਦਾ ਹੈ। ਤਰੀਕਾਂ ਵੀ ਉਹਨਾਂ ਨੇ ਤੈਅ ਕਰਨੀਆਂ ਹੁੰਦੀਆਂ ਤੇ ਜਨਰਲ ਹਾਊਸ ਵੀ ਉਹਨਾਂ ਨੇ ਬਣਾਉਣ ਲਈ ਕਿਸੇ ਨੂੰ ਨਾਮਜ਼ਦ ਕਰਨਾ ਹੁੰਦਾ ਹੈ। ਜੀ ਜਿਸ ਵਿਅਕਤੀ ਦਾ ਨਾਮ ਜਿਹੜਾ ਸੀ ਮੋਹਰੇ ਲਿਆਂਦਾ ਗਿਆ ਕਿ ਉਹਨਾਂ ਨੇ ਜਨਰਲ ਹਾਊਸ ਦੇ ਬਣਾਉਣ ਵਾਸਤੇ ਜਾਂ ਚੋਣਾਂ ਕਰਵਾਉਣ ਵਾਸਤੇ ਕੰਮਕਾਜ ਕਰਨਾ ਹੈ, ਜੀ ਉਸ ਤੋਂ ਨਾਰਾਜ਼ ਨੇ ਮਨਜਿੰਦਰ ਸਿੰਘ ਸਿਰਸਾ। ਜੀ ਜਦੋਂ ਪੇਪਰ ਵਾਲੀ ਗੱਲ ਹੁਣ ਦਬ ਗਈ ਹੈ ਜੀ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾ ਰਹੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੀ ਕਿ ਦੇਖੋ ਜੀ ਆਮ ਆਦਮੀ ਪਾਰਟੀ ਸਾਡੇ ਨਾਲ ਧੱਕਾ ਕਰ ਰਹੀ ਹੈ। ਜੀ ਉਹਨਾਂ ਨੇ ਸਾਡੇ ਜਿਹੜਾ ਉੱਥੇ ਜਨਰਲ ਹਾਊਸ ਦਾ ਗਠਨ ਜਿਹੜਾ ਅਸੀਂ ਕਰਨਾ ਹੈ, 1.5 ਮਹੀਨਾ ਹੋ ਗਿਆ ਚੋਣਾਂ ਹੋਈਆਂ ਨੂੰ, ਜੀ ਤੇ ਜਨਰਲ ਹਾਊਸ ਦਾ ਗਠਨ ਨਹੀਂ ਕੀਤਾ ਜਾ, ਉਸ ਦੇ ਕੰਮਕਾਜ ਨੂੰ ਲਮਕਾਇਆ ਜਾ ਰਿਹਾ ਤੇ ਉਲਟੇ ਇਲਜ਼ਾਮ ਲਾ ਦਿੱਤੇ ਨੇ ਕਿ ਜਨਰਲ ਹਾਊਸ ਦਾ ਕੰਮਕਾਜ ਵਾਸਤੇ ਜਿਹੜਾ ਡਾਇਰੈਕਟਰ ਬਣਾਇਆ ਗਿਆ ਬੰਦਾ ਉਹ ਇੱਕ ਭ੍ਰਿਸ਼ਟ ਕਰਪਟ ਅਫਸਰ ਹੈ, ਨਰਿੰਦਰ ਸਿੰਘ ਉਸ ਦਾ ਨਾਮ ਹੈ। ਜੀ ਉਹ ਪਤਿਤ ਸਿੱਖ ਹੈ, ਪੰਜਾਬੀ ਉਸਨੂੰ ਵੀ ਲਿਖਣੀ ਪੜ੍ਹਨੀ ਨਹੀਂ ਆਉਂਦੀ ਜੀ। ਤੇ ਹੋਰ ਵੀ ਉਸਨੂੰ ਕਿਸੇ ਕੰਮ ਬਾਰੇ ਪਤਾ ਨਹੀਂ ਹੈ, ਤੇ ਇਸ ਕਰਕੇ ਉਹਨੂੰ ਹਟਾ ਕੇ ਕਿਸੇ ਹੋਰ ਅਫਸਰ ਨੂੰ ਉੱਥੇ ਲਾਇਆ ਜਾਵੇ ਜੀ ਤੇ ਤਾਂ ਕਿ ਅਸੀਂ ਆਪਣਾ ਕੰਮਕਾਜ ਚਲਾ ਸਕੀਏ। ਜੀ ਹੁਣ ਇਹ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ। ਜੀ ਜੇ ਤੇ ਮਨਜਿੰਦਰ ਸਿੰਘ ਸਿਰਸਾ ਦੀ ਕੋਈ ਲਿਹਾਜ਼ ਹੋਵੇਗੀ ਉਹਨਾਂ ਨਾਲ, ਚੰਗਾ ਹੁੰਦਾ ਮਨਜਿੰਦਰ ਸਿੰਘ ਸਿਰਸਾ ਜਾਂਦੇ ਨਰਿੰਦਰ ਮੋਦੀ ਜੀ ਨੂੰ ਮਿਲਣ ਤੇ ਘੱਟੋ ਘੱਟ ਇਹ ਕਹਿ ਹੁੰਦੇ ਕਿ ਮੈਂ ਦੇਖਿਆ ਕਿਸਾਨ ਅੰਦੋਲਨ ਨੂੰ ਨੇੜਿਓ, ਇਹ ਕੰਮ ਤੇ ਹੁਣ ਖਤਮ ਕਰੋ, ਜੀ ਪਰ ਉਹ ਆਪਣੇ ਕੰਮ ਵਾਸਤੇ ਜਾ ਰਹੇ ਨੇ। ਜੀ ਹੁਣ ਜਿਸ ਦੀ ਸਰਕਾਰ ਹੈ ਉਸਨੇ ਤੇ ਡੰਡਾ ਚਲਾਉਣਾ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ ਪੁਲਿਸ ਉਹਨਾਂ ਦੇ ਕੋਲ ਨਹੀਂ ਹੈ, ਜੀ ਤੇ ਆਮ ਆਦਮੀ ਪਾਰਟੀ ਵਾਲੇ ਇਸ ਗੱਲੋਂ ਔਖੇ ਰਹਿੰਦੇ ਨੇ, ਤੇ ਕੇਂਦਰ ਸਰਕਾਰ ਦੇ ਅਧੀਨ ਹੈ ਜਾਂ ਜਿਹਦੇ ਵੀ ਹੈ ਉਹ ਸਾਰੇ ਆਪਣੇ ਹਿਸਾਬ ਨਾਲ ਕੰਮ ਕਰਦੇ ਨੇ। ਦਿੱਲੀ ਪੁਲਿਸ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਚੁੱਕ ਕੇ ਲੈ ਜਾਵੇ ਤਾਂ ਕੋਈ ਗੱਲ ਨਹੀਂ ਹੁੰਦੀ। ਜੀ ਹੁਣ ਇਹ ਇੰਟਰਸਟਿੰਗ ਸਿਚੁਏਸ਼ਨ ਹੈ। ਜੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਜਾਂ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਨਰਿੰਦਰ ਮੋਦੀ ਵੀ ਜਿਹੜੇ ਨੇ ਉਹ ਬਹੁਤਾ ਠੀਕ ਨਹੀਂ ਸਮਝਦੇ, ਬਹੁਤਾ ਪਸੰਦ ਨਹੀਂ ਕਰਦੇ। ਜੀ ਪਿੱਛੇ ਜਿਹਾ ਕੋਵਿਡ ਦੀ ਇੱਕ ਆਨਲਾਈਨ ਇੱਕ ਵਰਚੁਅਲ ਮੀਟਿੰਗ ਦੇ ਵਿੱਚ ਵੀ ਉਹਨਾਂ ਨੂੰ ਝਾੜ ਪਾ ਦਿੱਤੀ ਸੀ ਜੀ। ਕਿ ਉਸ ਨੂੰ ਜਨਤਕ ਕਿਉਂ ਕੀਤਾ ਗਿਆ। ਬਹੁਤ ਗੱਲਾਂ ਹੋਈਆਂ ਨੇ, ਆਪਸ ਵਿੱਚ ਤਲਖ ਕਲਾਮੀ ਜਿਹੜੀ ਆ ਹੋ ਜਾਂਦੀ ਹੈ। ਜੀ ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਵਿਅਕਤੀ ਨੂੰ ਤਾਂ ਉਹਨਾਂ ਨੇ ਸਹੀ ਹੱਥ ਪਾਇਆ ਮਨਜਿੰਦਰ ਸਿੰਘ ਸਿਰਸਾ ਨੇ, ਜੀ ਪਰ ਰਿਜ਼ਲਟ ਕੋਈ ਨਿਕਲੇਗਾ ਜਾਂ ਨਹੀਂ। ਜੀ। ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਅਜੇ ਬਹੁਤੀ ਕਾਲੀ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਅਜੇ ਹੋਰ ਪਾਸੇ ਗੱਲ ਇਸ ਜਿਹੜੀ ਕਰ ਲੈਣੀ ਜ਼ਿਆਦਾ ਜ਼ਰੂਰੀ ਸੀ। ਨਰਿੰਦਰ ਮੋਦੀ ਉਹਨਾਂ ਨੂੰ ਇਸ ਗੱਲ ਤੇ ਮਿਲਣ ਵਾਸਤੇ ਸਮਾਂ ਦੇ ਦੇਣ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ, ਤੇ ਇਹ ਨਾ ਉੱਥੇ ਗੱਲ ਪਹੁੰਚਾਉਣ ਵਾਲੀ ਇਹ ਗੱਲ ਹੈ। ਜੀ ਕੁਲਦੀਪ ਜੀ, ਗੱਲ ਹੁਣ ਉਸ ਦੇਸ਼ ਦੀ ਕਰਦੇ ਹਾਂ ਜਿੱਥੇ ਤਖਤਾ ਪਲਟ ਹੋਇਆ। ਉਸ ਤੋਂ ਬਾਅਦ ਮੀਡੀਆ 'ਚ ਬੜੀਆਂ ਖਬਰਾਂ ਆਈਆਂ। ਕਾਫੀ ਦਿਨਾਂ ਦੀ ਚੁੱਪੀ ਤੋਂ ਬਾਅਦ ਫਿਰ ਇੱਕ ਮਾਮਲਾ ਚਰਚਾ ਦੇ ਵਿੱਚ ਹੈ। ਉਹ ਕਿਹੜਾ ਮਾਮਲਾ ਹੈ ਤੇ ਕਿਉਂ ਚਰਚਾ ਹੋ ਰਹੀ ਹੈ ਉਹਦੀ? ਤਾਲਿਬਾਨ ਵਾਲੇ ਵੈਸੇ ਹੁਣ ਬਹੁਤੀਆਂ ਗੱਲਾਂ ਬਾਹਰ ਆਉਣ ਨਹੀਂ ਦਿੰਦੇ। ਜੀ ਕੰਮ ਉੱਥੇ ਉਹੀ ਚੱਲ ਪਿਆ 2001 ਵਾਲਾ। ਕੁਝ ਦਿਨ ਪਹਿਲਾਂ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਹਜ਼ਾਰਾ ਭਾਈਚਾਰਾ ਰਹਿੰਦਾ ਹੈ ਕਸਬੇ 'ਚ। ਉਸ ਭਾਈਚਾਰੇ ਦੇ 13 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ ਗੋਲੀ ਮਾਰ ਕੇ ਮੌਕੇ ਤੇ। ਉਹਨਾਂ ਮਰਨ ਵਾਲਿਆਂ ਦੇ ਵਿੱਚ ਇੱਕ 17 ਸਾਲਾਂ ਦੀ ਲੜਕੀ ਵੀ ਸ਼ਾਮਲ ਸੀ। ਜੀ ਕਸੂਰ ਉਹਨਾਂ ਦਾ ਕੀ ਸੀ ਕਿ ਉਹਨਾਂ ਵਿੱਚੋਂ 11 ਵਿਅਕਤੀ ਪਹਿਲਾਂ ਅਫਗਾਨ ਨੈਸ਼ਨਲ ਆਰਮੀ ਦੇ ਵਿੱਚ ਨੌਕਰੀ ਕਰ ਚੁੱਕੇ ਸਨ। ਉਹ ਤੇ ਖਤਮ ਹੈ ਆਰਮੀ, ਉਹ ਕਿੱਥੇ ਹੈ ਵਿਚਾਰੀ। ਨਾ ਉਹਨਾਂ ਨੇ ਮੁਕਾਬਲਾ ਕੀਤਾ, ਨਾ ਗੱਲ ਨਾ ਬਾਤ। ਉਹਨਾਂ ਦਾ ਕਮਾਂਡਰ ਵੀ ਭੱਜ ਗਿਆ, ਦੇਸ਼ ਦਾ ਰਾਸ਼ਟਰਪਤੀ ਵੀ ਭੱਜ ਗਿਆ, ਤੇ ਆਰਮੀ ਕਾਹਦੀ ਹੋਈ। ਤੇ ਇਹ ਵਾਅਦਾ ਕੀਤਾ ਹੋਇਆ ਸੀ ਤਾਲਿਬਾਨ ਨੇ ਕਿ ਜਿਹੜੀ ਇਸ ਤਰ੍ਹਾਂ ਦੇ ਲੋਕ ਸਾਡੇ ਖਿਲਾਫ ਲੜਦੇ ਰਹੇ ਨੇ, ਚਾਹੇ ਉਹ ਟਰਾਂਸਲੇਟਰ ਦੁਭਾਸ਼ੀਏ ਹੋਣ, ਚਾਹੇ ਉਹ ਫੌਜ ਦੇ ਵਿੱਚ ਜਾਂ ਪੁਲਿਸ ਵਿੱਚ ਹੋਣ, ਜਾਂ ਸਰਕਾਰ ਦੇ ਵਿੱਚ ਲੋਕ ਹੋਣ, ਉਹਨਾਂ ਨੂੰ ਕਿਸੇ ਨੂੰ ਕੋਈ ਸਜ਼ਾ ਜਿਹੜੀ ਆ ਨਹੀਂ ਦਿੱਤੀ ਜਾਵੇਗੀ। ਜੀ ਜਿਹੜਾ ਤਾਲਿਬਾਨ ਦੀ ਅਧੀਨਗੀ ਮੰਨ ਲੈਂਦਾ ਹੈ, ਖਰੀ ਵਾਹਵਾ ਮੰਨ ਲਵੇ, ਇਸ ਤੋਂ ਗਾਂਹ ਕੁਝ ਨਹੀਂ ਕਰਨਾ। ਪਰ ਤਾਲਿਬਾਨ ਵਾਲੇ ਹਟ ਨਹੀਂ ਰਹੇ, ਲੱਭ ਕੇ ਉਹਨਾਂ ਵਿਅਕਤੀਆਂ ਨੂੰ ਮਾਰ ਰਹੇ ਨੇ ਜਿਹੜੇ ਉਹਨਾਂ ਦੇ ਖਿਲਾਫ ਸਰਕਾਰ ਦੇ ਵਿੱਚ ਰਹੇ ਨੇ। ਜੀ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਕਿ ਸ਼ਰੇਆਮ ਚੁਰਸਤਿਆਂ ਦੇ ਵਿੱਚ ਲੋਕਾਂ ਨੂੰ ਫਾਂਸੀ ਦੇ ਦਿੱਤੀ ਗਈ ਪਿਛਲੇ ਦਿਨਾਂ 'ਚ। ਜੀ ਔਰਤਾਂ 'ਤੇ ਜ਼ੁਲਮ ਜਾਰੀ ਨੇ। ਸੈਕੰਡਰੀ ਸਕੂਲਾਂ ਤੋਂ ਉੱਪਰਲੇ ਜਿਹੜੇ ਸਕੂਲ ਨੇ ਔਰਤਾਂ ਵਾਸਤੇ ਬੰਦ ਕਰ ਦਿੱਤੇ ਗਏ ਨੇ, ਪਾਬੰਦੀਆਂ ਨੇ ਸਖਤ। ਇੱਕ ਵਿਅਕਤੀ ਨੂੰ ਇਸ ਕਰਕੇ ਵੀ ਕੁੱਟਿਆ ਗਿਆ ਕਿ ਉਸਨੇ ਦਾੜੀ ਸ਼ੇਵ ਕਰ ਲਈ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ ਹੋ ਰਹੀਆਂ ਨੇ। ਜੀ ਹੁਣ ਇਸ ਸਭ ਦੇ ਚੱਲਦਿਆਂ ਮਾਈਨੋਰਟੀਜ਼ ਦਾ ਕੀ ਹਾਲ ਹੈ, ਘੱਟ ਗਿਣਤੀਆਂ ਦਾ ਕੀ ਹਾਲ ਹੈ, ਉਹ ਕਿੱਧਰ ਨੂੰ ਜਾਣਗੇ। ਜੀ ਇਹਨਾਂ ਬਾਰੇ ਦਾਅਵਾ ਕੀਤਾ ਸੀ ਤਾਲਿਬਾਨ ਨੇ ਕਿ ਫਿਕਰ ਨਾ ਕਰੋ, ਅਸੀਂ ਤੁਹਾਨੂੰ ਕੁਝ ਹੋਣ ਨਹੀਂ ਦਿੰਦੇ। ਤੇ ਉਹਨਾਂ ਕੁਝ ਨਾ ਹੋਣ ਦੇਣ ਦੇ ਦਾਅਵਿਆਂ ਦੀ ਫੂਕ ਇੱਕ ਵਾਰੀ ਫਿਰ ਨਿਕਲੀ ਹੈ। ਜੀ
ਇੱਕ ਗੁਰਦੁਆਰਾ ਸਾਹਿਬ ਹੈ ਅਫਗਾਨਿਸਤਾਨ ਦੇ ਵਿੱਚ, ਉਸ ਦਾ ਨਾਮ ਹੈ ਕਰਤੇ ਪਰਵਾਨ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬੰਦੂਕਧਾਰੀ ਤਾਲਿਬਾਨ ਦੇ ਵਿਅਕਤੀ ਆਉਂਦੇ ਨੇ ਜੀ ਵੱਡੀ ਗਿਣਤੀ ਦੇ ਵਿੱਚ। ਉੱਥੇ ਜਿਹੜੇ ਮੌਜੂਦ ਉੱਥੇ ਸੇਵਾਦਾਰ ਨੇ ਜਾਂ ਹੋਰ ਉੱਥੇ ਸ਼ਰਧਾਲੂ ਆਏ ਹੋਏ ਨੇ, ਉਹਨਾਂ ਨੂੰ ਮਾਰਦੇ ਕੁੱਟਦੇ ਨੇ, CCTV ਭੰਨ ਦਿੰਦੇ ਨੇ, ਉਹਨਾਂ ਨੂੰ ਕੈਦੀ ਬਣਾ ਕੇ, ਬੰਦਕ ਬਣਾ ਕੇ ਉੱਥੋਂ ਲੈ ਜਾਂਦੇ ਨੇ ਤੇ ਉੱਥੇ ਬੰਦ ਕਰ ਦਿੰਦੇ ਨੇ ਸਾਰਾ ਕੁਝ। ਜੀ ਇਹ ਘਟਨਾ ਹੋਈ ਆ, ਇਸ ਦਾ ਰੌਲਾ ਤੇ ਪਿਆ ਹੈ, ਪਰ ਤਾਲਿਬਾਨ ਨੇ ਅਜੇ ਇਸ ਤੇ ਮੂੰਹ ਨਹੀਂ ਖੋਲ੍ਹਿਆ। ਸ਼ਿਕਾਇਤ ਉਹਨਾਂ ਨੂੰ ਕਰ ਦਿੱਤੀ ਗਈ ਹੈ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਵੱਲੋਂ ਕਿ ਭਾਈ ਇਸ ਕੰਮ ਵੱਲ ਦੇਖੋ, ਜੀ ਪਰ ਮੈਨੂੰ ਲੱਗਦਾ ਨਹੀਂ ਕਿ ਉੱਥੇ ਕੋਈ ਬਹੁਤੀ ਸਾਨੂੰ ਸੁੱਖ ਦੀ ਖਬਰ ਜਿਹੜੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਮਿਲੇਗੀ। ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਜਿਸ ਤਰ੍ਹਾਂ ਦਾ ਨਫ਼ਰਤ, ਜ਼ਹਿਰ ਦੂਸਰਿਆਂ ਪ੍ਰਤੀ ਤੇ ਜਾਂ ਆਪਣੇ ਨਿਯਮਾਂ ਪ੍ਰਤੀ ਜਾਂ ਆਪਣਾ ਇੱਕ ਕਲਚਰ ਥੋਪਣ ਦੀ ਜਿਹੜੀ ਗੱਲ ਹੈ ਦੂਸਰਿਆਂ ਤੇ, ਇੱਕ ਖਾਸ ਕਿਸਮ ਦੀ ਪੜ੍ਹਾਈ ਦੇ ਜ਼ਰੀਏ, ਉਹ ਉਹਨਾਂ ਦੇ ਦਿਮਾਗ ਵਿੱਚੋਂ ਨਿਕਲਣੀ ਨਹੀਂ। ਉਹ ਇਸ ਗੱਲ ਵਿੱਚ ਗ੍ਰਸਤ ਹੁੰਦੇ ਜਾਣਗੇ ਤੇ ਬਾਕੀਆਂ ਨੂੰ ਤੰਗ ਕਰਦੇ ਰਹਿਣਗੇ। ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੋ ਮੰਦਭਾਗੀਆਂ ਨੇ। ਸਰਕਾਰ ਸਾਡੀ ਵੀ ਬਹੁਤੇ ਨਾਤੇ ਉਹਨਾਂ ਨਾਲ ਹੁਣ ਰੱਖ ਨਹੀਂ ਰਹੀ। ਵੱਡੀ ਇਨਵੈਸਟਮੈਂਟ ਭਾਰਤ ਨੇ ਕੀਤੀ ਸੀ, ਅਜੇ ਤੱਕ ਤਾਂ ਇਹੋ ਗੱਲ ਹੈ ਕਿ ਸਿੱਧੀ ਭਾਰਤ ਦੇ ਖਿਲਾਫ ਉਹਨਾਂ ਨੇ ਕਦੇ ਕੋਈ ਬਿਆਨ ਨਹੀਂ ਦਿੱਤਾ। ਜੀ ਇੱਕ ਪਾਸੇ ਤੇ ਉਹ UN ਦੇ ਵਿੱਚ ਬੋਲਣ ਦੀ ਇਜਾਜ਼ਤ ਮੰਗ ਰਹੇ ਨੇ, ਦੂਸਰੇ ਪਾਸੇ ਭਾਰਤ ਨੂੰ ਕਹਿ ਰਹੇ ਨੇ ਕਿ ਸਾਡੇ ਨਾਲ ਉਡਾਣਾ ਸ਼ੁਰੂ ਕਰੋ। ਜੀ ਤੇ ਬਰਤਾਨੀਆ ਦੇ ਸਫੀਰ ਨੂੰ ਵੀ ਮਿਲੇ ਨੇ, ਉਹਨਾਂ ਨਾਲ ਮੁਲਾਕਾਤ ਉਹਨਾਂ ਦੇ ਆਗੂ ਦੀ ਹੋਈ ਹੈ, ਜੀ ਪਰ ਇਸ ਤੋਂ ਬਾਅਦ ਕੁਝ ਨਹੀਂ ਹੈ। ਇਹ ਜੋ ਲਿਸਟ ਇੱਕ ਸੀ ਕਿ ਬਹੁਤੇ ਜਿਹੜੇ ਮੰਤਰੀ ਬਣਾਏ ਗਏ ਨੇ, ਉਹਨਾਂ ਵਿੱਚੋਂ ਕਿਸੇ ਸਮੇਂ ਤੇ ਬਹੁਤ ਸਾਰੇ ਲੋਕ ਤਾਂ ਉਹਨਾਂ 'ਚੋਂ ਮੋਸਟ ਵਾਂਟਡ ਸੂਚੀ ਦੇ ਵਿੱਚ ਸਨ। ਜੀ ਇਹ ਸਾਨੂੰ ਆਉਣ ਵਾਲੇ ਦਿਨਾਂ ਲਈ ਹੋਰ ਫਿਕਰਮੰਦ ਕਰਦੀ ਹੈ। ਜੀ ਕੁਲਦੀਪ ਜੀ, ਅੱਜ ਦੇ ਵੱਖ-ਵੱਖ ਮੁੱਦਿਆਂ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਅੱਜ ਦੇ ਵਿਚਾਰ ਚਰਚਾ ਦੇ ਸਿਲਸਿਲੇ ਨਾਲ ਜੁੜਨ ਲਈ ਨਵੇਂ ਮੁੱਦਿਆਂ ਦੇ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।